स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट रजीव भास्कर जी और सरदार इंद्रप्रीत सिंह, दोनों ਨੂੰ जी आया। बहुत बहुत शुक्रिया रंधावा जी। थैंक यू जी, थैंक यू सर। ਪੰਜਾਬ ਦੇ ਵਿੱਚ ਸਿਆਸੀ ਸ਼ਰੀਕੇਬਾਜ਼ੀ ਸਿਖਰ ਤੇ ਆ। ਵਿਰੋਧੀਆਂ ਦੇ ਗ੍ਰਹਿ ਚਾਲ ਕੋਈ ਬਹੁਤੀ ਬਿਹਤਰ ਨਹੀਂ, ਕੋਈ ਔੜ-ਪੌੜ ਕਰਾਉਣ ਦੀ ਜ਼ਰੂਰਤ ਹੈ। ਇੰਨੀ ਤੇ ਨਹੀਂ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਕਾਫੀ ਵਿਸਥਾਰ ਲੈ ਗਏ। ਉਂਝ ਸਰਕਾਰ ਤੇ ਇੱਕ ਦੋਸ਼ ਆਉਣ ਲੱਗ ਗਿਆ ਕਿ ਇਹ ਵੀ ਚੁਣਵੇਂ ਤਰੀਕੇ ਨਾਲ ਕੰਮ ਕਰਦੀ ਹੈ। ਜਦੋਂ ਬਿਊਰੋਕ੍ਰੇਸੀ ਨੇ ਬਾਂਹ ਮਰੋੜੀ, ਚੁੱਪ ਕਰਕੇ ਬਹਿ ਗਏ। ਹੁਣ ਸੋਚਿਆ ਕਰਪਸ਼ਨ ਦੇ ਖਿਲਾਫ ਮੁਹਿੰਮ ਤਾਂ ਰੱਖਣੀ ਹੈ, ਇਹੀ ਸਾਡਾ ਸਿਗਨੇਚਰ ਸਟੈਪ ਹੈ। ਇਹਨੂੰ ਠੰਡਾ ਨਹੀਂ ਪੈਣ ਦੇਣਾ, ਪਰ ਤਰੀਕਾ ਬਦਲ ਲਓ। ਇੱਕ ਸਵਾਲ ਭਗਵੰਤ ਮਾਨ ਜੀ ਦੇ ਸਾਹਮਣੇ ਬਹੁਤ ਵੱਡਾ ਖੜਾ ਹੋਣ ਵਾਲਾ ਅਗਲੇ ਦਿਨਾਂ 'ਚ ਕਿ ਕੀ ਕੋਈ ਪੋਲੀਟੀਕਲ ਬੰਦਾ ਜਦੋਂ ਆਮਦਨ ਤੋਂ ਵੱਧ ਜਾਇਦਾਦ ਬਣਾ ਲੈਂਦਾ, ਜਾਂ ਜੇਕਰ ਉਹ ਕਥਿਤ ਤੌਰ ਤੇ ਰਿਸ਼ਵਤ ਲੈਂਦਾ ਜਾਂ ਗੈਰ ਤਰੀਕੇ ਨਾਲ ਪੈਸਾ ਧੇਲਾ ਬਣਾਉਂਦਾ, ਤੇ ਕੀ ਕੱਲਾ ਬਣਾਉਂਦਾ? ਕੀ ਕਿਸੇ ਵੀ ਸਰਕਾਰੀ ਅਹੁਦੇ ਦੀ ਦੁਰਵਰਤੋਂ ਲਈ ਕੱਲਾ ਵਿਅਕਤੀ ਕਰ ਸਕਦਾ ਕਿ ਉਹਦੇ ਨਾਲ ਸੰਬੰਧਿਤ ਬਿਊਰੋਕ੍ਰੇਸੀ, ਉਹਨਾਂ ਮਹਿਕਮਿਆਂ ਦੇ ਲੋਕ, ਉੱਥੋਂ ਕੀਤੇ ਹੋਏ ਧਾਂਦਲੀਆਂ ਦੇ ਵਿੱਚ ਹਰ ਸਾਈਨਿੰਗ ਅਥਾਰਟੀ ਜ਼ਿੰਮੇਵਾਰ ਨਹੀਂ? ਇਹਨਾਂ ਦਿਨਾਂ 'ਚ ਸਵਾਲ ਉੱਠਣ ਲੱਗ ਪਿਆ ਕਿ PSIEC ਦੇ ਮਾਮਲੇ 'ਚ ਜਾਂ ਹੋਰ ਵੀ ਮਾਮਲਿਆਂ 'ਚ ਪੋਲੀਟੀਕਲ ਲੋਕਾਂ ਦੀ ਤਾਂ ਬਾਂਹ ਮਰੋੜ ਲਈ ਜਾਂਦੀ ਹੈ, ਪਰ ਅਫਸਰਾਂ ਦੇ ਅੱਗੇ ਗੋਡੇ ਟੇਕ ਦਿੱਤੇ ਜਾਂਦੇ ਆ। ਪੋਪਲੀ ਦਾ ਮਾਮਲਾ ਹਾਈ ਕੋਰਟ ਦੇ ਵਿੱਚ, ਜਿਵੇਂ ਸੰਜੇ ਪੋਪਲੀ IAS ਦਾ ਮਾਮਲਾ ਜਿਵੇਂ ਹਾਈ ਕੋਰਟ 'ਚ ਐਡਰੈਸ ਹੋ ਰਿਹਾ, ਜਿਸ ਤਰੀਕੇ ਨਾਲ ਵਿਜੀਲੈਂਸ ਉਸ PSIDC ਦੇ ਮਾਮਲੇ 'ਚ ਇੱਕ IAS ਅਧਿਕਾਰੀ ਨੂੰ ਤਲਬ ਤੱਕ ਨਹੀਂ ਕਰ ਰਹੀ, ਔਰ ਜਿਸ ਤਰੀਕੇ ਨਾਲ ਬਾਕੀ ਮਾਮਲਿਆਂ ਦੇ ਵਿੱਚ ਜਾਂਚ ਨੂੰ ਨੱਪ ਲਿਆ ਜਾਂਦਾ, ਇੱਕ ਅਧਿਕਾਰੀ ਬਾਰੇ ਜ਼ਿਕਰ ਹੁੰਦਾ ਜਿਹੜਾ ਅਹਿਮ ਆ, ਜਿਹੜਾ ਪੰਚਾਇਤੀ ਮਹਿਕਮੇ ਦੀ ਜ਼ਮੀਨ ਨਾਲ ਸੰਬੰਧਿਤ ਮਾਮਲੇ 'ਚ ਵੀ ਆ, ਔਰ PSIEC ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਵਾਲੀ ਉਹ ਚਿੱਠੀ ਜਿਹੜੀ ਗਵਾਚ ਗਈ ਹੋਣ ਦਾ ਦਮ ਭਰਿਆ ਜਾਂਦਾ, ਉਹਦੇ 'ਚ ਜ਼ਿਕਰ ਆਉਂਦਾ, ਉਹਨੂੰ ਅਹਿਮ ਅਹੁਦੇ ਦਿੱਤੇ ਜਾਂਦੇ ਆ। ਫਿਰ ਸ਼ੱਕ ਹੋਣ ਲੱਗਦਾ ਹੈ, ਆਮ ਕੰਸੋਜ ਚਰਚਾ ਹੈ ਕਿ ਇਹ ਵੀ ਸਰਕਾਰ ਉਹਨਾਂ ਪਦ ਚਿੰਨ੍ਹਾਂ ਤੇ ਚੱਲਦੀ ਆ, ਉਹੀ ਪੈੜਾਂ ਨੂੰ ਨਾਪ ਰਹੀ ਆ ਜਿਨ੍ਹਾਂ ਤੇ ਪਹਿਲੀਆਂ ਸਰਕਾਰਾਂ ਚੱਲਦੀਆਂ ਸੀ ਕਿ ਤੁਹਾਨੂੰ ਵਾਰਾ ਕੀ ਖਾਂਦਾ। ਗੱਲ ਨੂੰ ਤੋਰਾਂਗੇ ਅੱਗੇ, ਲੇਕਿਨ ਸਭ ਤੋਂ ਵੱਡਾ ਸਵਾਲ ਹੈ, ਗਵਰਨਰ ਸਾਹਿਬ ਅੱਜ ਬਾਰਡਰ ਏਰੀਆਸ ਦੇ ਵਿੱਚ ਆ। ਮੈਨੂੰ ਵੀ ਲੱਗਦਾ ਸੀ ਕਿ ਮੈਂ ਵੀ ਇੱਥੇ ਕਿ ਜੇ ਗਿਆਨੀ ਚੈਲ ਸਿੰਘ ਵਾਲਾ ਫੁੱਲ ਉਡਾਲਾਂ, ਸ਼ਾਇਦ ਮੈਨੂੰ ਹੀ ਕਿਤੇ ਮਿਲਣ ਆ ਜਾਣਾ ਅੰਮ੍ਰਿਤਸਰ ਵਾਲੇ ਏਰੀਏ 'ਚ, ਪਰ ਲੱਗਦਾ ਨਹੀਂ ਮੇਰੀ ਹਸਰਤ ਪੂਰੀ ਹੋਣੀ। ਉਂਝ ਮੁੱਖ ਮੰਤਰੀ ਸਾਹਿਬ ਨੇ ਆਪਣੀਆਂ ਮੀਟਿੰਗਾਂ ਦੇ ਤੌਰ ਤਰੀਕੇ ਬਦਲੇ, ਗਵਰਨਰ ਸਾਹਿਬ ਦੇ ਨਾਲ ਅਫਸਰਸ਼ਾਹੀ ਜਾਊਗੀ। ਅੱਜ ਇੱਕ ਵਾਰੀ ਫਿਰ ਹੁਣ ਪੋਲੀਟੀਕਲ ਸਕੋਰ ਤਾਂ ਨਹੀਂ ਹੁੰਦੇ, ਸ਼ਰੀਕੇਬਾਜ਼ੀਆਂ ਹੁੰਦੀਆਂ ਉੱਪਰਲੀ ਤੇ ਥੱਲੇ ਦੀ ਸੱਤਾ ਦੇ। ਪੰਜਾਬ ਸਰਕਾਰ ਦੀ ਇੱਕ ਵਿਸ਼ ਲਿਸਟ ਹੈ, ਉਹਨੇ ਕੁਝ ਮੰਗਾਂ ਰੱਖੀਆਂ। ਅੱਜ ਕੇਂਦਰੀ ਬਜਟ ਪੇਸ਼ ਹੋਣਾ ਹੈ। ਸਾਡੇ ਵਿੱਤ ਮੰਤਰੀ ਭਾਰਤ ਸਰਕਾਰ ਦੇ ਸਾਹਮਣੇ ਪੰਜਾਬ ਦਾ ਦੁੱਖ ਰੱਖਦੇ ਆ। ਇਹ ਬਹੁਤ ਦਿਲਚਸਪ ਗੱਲ ਆ। ਇਹਦੇ 'ਚ ਇੱਕ ਛੋਟੀ ਜਿਹੀ ਝੋਲ ਵੀ ਆ। 1125 ਕਰੋੜ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਮੰਗਿਆ, ਤੇ ਪੁਲਿਸ ਤੇ ਨਵੀਨੀਕਰਨ। ਮੈਂ ਦੱਸ ਦਿਆਂ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਹਰ ਕੋਈ ਚਿੰਤਤ ਹੈ। ਪੁਲਿਸ ਦੇ ਆਧੁਨਿਕੀਕਰਨ ਦੇ ਉੱਤੇ ਸਿਰਫ 1000 ਕਰੋੜ ਦੀ ਸਾਡੀ ਮੰਗ ਹੈ। ਤੁਹਾਡੇ ਨਾਲ ਗੱਲ ਕਰਦੇ ਆ, ਇੱਕ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ, ਪ੍ਰਾਈਵੇਟ ਪਲੇਅਰਸ ਦਾ ਥਰਮਲ ਪਲਾਂਟ ਦਿਵਾਲੀਆ ਹੋ ਗਿਆ। ਪੰਜਾਬ ਦੇ ਵਿੱਚ ਧਾਰਮਿਕ ਰਾਜਨੀਤੀ ਹਮੇਸ਼ਾ ਹੁੰਦੀ ਰਹਿੰਦੀ ਹੈ। ਪਿਛਲੇ ਦਿਨਾਂ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਉੱਤੇ ਲਗਾਤਾਰ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਸੀ। ਧਰਮ ਪਰਿਵਰਤਨ ਕਰਾਉਣ ਨੂੰ ਲੈ ਕੇ ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ, ਕਾਰਜਕਾਰੀ ਜਥੇਦਾਰ, ਉਹਨਾਂ ਨੇ ਵੀ ਇਹ ਸਵਾਲ ਉਠਾਏ ਸੀ, ਔਰ ਇਹ ਸਵਾਲ ਉੱਠਦੇ ਰਹਿੰਦੇ ਆ। ਹੁਣ ਕ੍ਰਿਸਚੀਅਨ ਭਾਈਚਾਰੇ ਦੇ ਵੱਡੇ ਆਗੂਆਂ, ਪਾਸਟਰਸ ਦੇ ਉੱਤੇ ਰੇਡਸ ਹੋਈਆਂ ਨੇ, ਬੜੀਆਂ ਕਨਸੋਆਂ ਨੇ, ਬਹੁਤ ਤਰ੍ਹਾਂ ਦੀਆਂ ਵਸੰਗਤੀਆਂ ਨੇ, ਦਿਲਚਸਪੀਆਂ ਨਿਕਲ ਕੇ ਆ ਰਹੀਆਂ ਨੇ। ਸਾਰੀਆਂ ਗੱਲਾਂ ਨੂੰ ਜ਼ੁਬਾਨ ਦਿੰਦੇ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਭਾਸਕਰ ਸਾਹਿਬ, ਸਾਂਝੇ ਤੌਰ ਤੇ ਇਹ ਸਵਾਲ ਐਡਰੈਸ ਹੋਣ ਵਾਲਾ, OP ਸੋਨੀ ਦੀਆਂ ਜਾਇਦਾਦਾਂ ਖੰਗਾਲਣੀਆਂ ਜ਼ਰੂਰੀ ਨੇ ਜੇ ਕੁਝ ਗਲਤ ਹੈ? ਹੋਟਲ ਸੌਖਿਆ ਨਹੀਂ ਬਣਦੇ, ਬੜੀ ਮਸ਼ੱਕਤ ਕਰਨੀ ਪੈਂਦੀ ਹੈ। ਪਰ ਜੇ ਤੁਹਾਨੂੰ ਲੱਗਦਾ ਕਿ ਮਸ਼ੱਕਤ ਕਿਸੇ ਹੋਰ ਤਰੀਕੇ ਨਾਲ ਹੋਈ ਆ, ਤੁਸੀਂ ਕੁਝ ਕੱਢਣਾ ਪਾਉਣਾ, ਤੇ ਇਕੱਲੇ OP ਸੋਨੀ ਕਿਉਂ? ਉਹਨਾਂ ਜਿੰਨਾ ਮਹਿਕਮਿਆਂ 'ਚ ਰਹੇ, ਉਹਨਾਂ ਮਹਿਕਮਿਆਂ ਦੇ ਅਫਸਰ ਕਿਉਂ ਨਹੀਂ? ਇਸੇ ਤਰੀਕੇ ਨਾਲ ਖੇਡ ਕਿੱਟਾਂ ਦਾ ਜ਼ਿਕਰ ਆਉਂਦਾ ਹੈ, ਤਾਂ ਕੀ ਮਹਿਕਮਿਆਂ ਨਾਲ ਸੰਬੰਧਿਤ ਅਫਸਰ ਕਿਉਂ ਨਹੀਂ? ਜੇਕਰ ਕੁਸ਼ਲਦੀਪ ਢਿੱਲੋਂ ਕਿੰਨਾ ਖੇਤਰਾਂ 'ਚੋਂ ਪੈਸੇ ਕਮਾ ਕੇ ਲਿਆਏ ਆ, ਉਹਨਾਂ ਖੇਤਰਾਂ 'ਚ ਕੌਣ ਸਾਈਨਿੰਗ ਅਥਾਰਟੀ ਸੀ, ਕਿਉਂ ਨਹੀਂ? ਪਾੜੇ ਦੀ ਗੱਲ ਆ ਜਾਂ ਹੋਰ ਬਹੁਤ ਸਾਰੇ। ਜੇ ਸੰਜੇ ਪੋਪਲੀ ਦੇ ਖਿਲਾਫ ਕੇਸ ਅੱਗੇ ਵੱਧਦਾ ਹੈ ਔਰ ਹਾਈ ਕੋਰਟ ਕੁਝ ਕਹਿੰਦੀ ਆ, ਤਾਂ ਬਾਕੀ ਅਫਸਰਾਂ ਦੇ ਖਿਲਾਫ ਗੱਲ ਅੱਗੇ ਕਿਉਂ ਨਹੀਂ ਤੁਰਦੀ? ਇਹ ਪੋਲੀਟੀਕਲ ਜਮਾਤ ਵਿੱਚ ਗੱਲ ਚੱਲ ਰਹੀ ਆ, ਔਰ ਇਹ ਗੱਲ ਚੱਲ ਰਹੀ ਆ ਕਿ ਇਹ ਸਰਕਾਰ ਵੀ ਘੁਟਨੇ ਟੇਕ ਗਈ ਆ IS ਲੌਬੀ ਦੇ ਸਾਹਮਣੇ, ਬਿਊਰੋਕ੍ਰੇਸੀ ਦੇ ਸਾਹਮਣੇ, ਔਰ ਜਾਂਚਾਂ ਮਹਿਜ ਦਿਖਾਵੇ ਤੱਕ ਰਹਿ ਗਈਆਂ ਤਾਂ ਕਿ ਲੋਕਾਂ ਦੀਆਂ ਅੱਖਾਂ ਭੰਜਾਈਆਂ ਜਾ ਸਕਣ। ਕੀ ਕਹਿੰਦੇ ਹੋ?
ਦੇਖੋ ਸਰ, ਮਤਲਬ ਜਿਹੜਾ ਮੇਰਾ ਉਹ ਹੈ, ਮੈਂ ਪਿਛਲੇ 2002 ਤੋਂ ਇਹ ਦੇਖ ਰਿਹਾ ਲਗਾਤਾਰ ਜਦੋਂ ਵਿਜੀਲੈਂਸ ਬਹੁਤ ਐਕਟਿਵਲੀ ਕੰਮ ਕਰ ਰਹੀ ਹੈ। ਪਹਿਲਾਂ ਤੁਹਾਨੂੰ ਯਾਦ ਹੋਊਗਾ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਾਦਲ ਪਰਿਵਾਰ ਸਮੇਤ ਹੋਰ ਕਈ ਮੰਤਰੀਆਂ ਨੂੰ ਅੰਦਰ ਕੀਤਾ ਸੀਗਾ। ਉਦੋਂ ਵੀ ਕੋਈ ਵੀ ਬਿਊਰੋਕਰੈਟ ਜਿਹੜਾ ਹੈਗਾ ਸੀਗਾ ਉਹਦੀ ਕਿਸੇ ਦੇ ਕੋਈ ਗੱਲ ਨਹੀਂ ਕੀਤੀ, ਸਿਰਫ ਜਿਹੜੇ ਮੰਤਰੀ ਨੇ ਉਹੀ ਅੰਦਰ ਕਰਤੇ। ਬਾਅਦ 'ਚ ਜਦੋਂ ਸਰਕਾਰ ਬਦਲ ਗਈ ਸਾਰੇ ਹੌਸਟਾਈਲ ਹੋ ਗਏ, ਜਿੰਨੇ ਵੀ ਗਵਾਹ ਸੀਗੇ ਜਾਂ ਜਾਂਚ ਅਧਿਕਾਰੀ ਸੀ ਸਾਰੇ ਉਸ ਤਰ੍ਹਾਂ ਦੇ ਬਰੀ ਹੋ ਗਏ। ਇਸੇ ਤਰ੍ਹਾਂ ਹੀ ਫਿਰ 2007 ਵੇਲੇ ਵੀ ਇਹੀ ਹੋਇਆ। ਮੈਨੂੰ ਇਹ ਲੱਗ ਰਿਹਾ ਕਿ ਇਹ ਇੱਕ ਜਦੋਂ ਜਿਹੜਾ ਲੋਕਾਂ ਦਾ ਧਿਆਨ ਖਿੱਚਣ ਦਾ ਇੱਕ ਕੇਂਦਰ ਵੀ ਹੁੰਦਾ ਕਿ ਦੇਖੋ ਸਰਕਾਰ ਕਿੰਨੀ ਸਖਤ ਹੈ ਔਰ ਕਿੰਨੀ ਵਧੀਆ ਕਾਰਵਾਈ, ਵੱਡੇ ਬੰਦਿਆਂ ਨੂੰ ਹੱਥ ਪਾਇਆ। ਪਰ ਵੱਡੇ ਬੰਦਿਆਂ ਦੇ ਨਾਲ ਜਿਹੜੇ ਵੱਡੇ ਅਧਿਕਾਰੀ ਵੀ ਕੰਮ ਕਰ ਰਹੇ ਹੁੰਦੇ ਆ ਉਹਨਾਂ ਦੇ ਉੱਤੇ ਤਾਂ ਕਦੇ ਕੋਈ ਹੱਥ ਨਹੀਂ ਪਿਆ। ਮੈਂ ਸ਼ਾਇਦ 2 ਦਿਨ ਪਹਿਲਾਂ ਵੀ ਇਹ ਜ਼ਿਕਰ ਕੀਤਾ ਸੀ ਇਸ ਗੱਲ ਦੇ ਉੱਤੇ ਕਿ ਬਿਨਾਂ ਬਿਊਰੋਕਰੈਟ ਦੀ ਸਾਈਨਿੰਗ ਦੇ ਸਾਈਨ ਹੋਣ ਤੋਂ ਇਹ ਮਤਲਬ ਕੋਈ ਕੰਮ ਅੱਗੇ ਚੱਲ ਹੀ ਨਹੀਂ ਸਕਦੇ। ਤਾਂ ਜੇ ਚੱਲ ਨਹੀਂ ਸਕਦੇ ਤਾਂ ਕੱਲਾ ਫਿਰ ਜਿਹੜਾ ਹੈਗਾ ਮੰਤਰੀਆਂ ਨੂੰ ਜਾਂ ਸਾਬਕਾ ਮੰਤਰੀਆਂ ਨੂੰ ਹੀ ਹੱਥ ਕਿਉਂ ਪਾਇਆ ਜਾ ਰਿਹਾ, ਪੋਲੀਟੀਕਲ ਬੰਦਿਆਂ ਨੂੰ। ਤੁਹਾਨੂੰ ਯਾਦ ਹੋਊਗਾ ਕਿ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖੁਦ ਕਹੀ ਸੀ। ਉਹ ਕਹਿੰਦੇ ਵੀ ਜਦੋਂ ਤਾਂ ਸਾਡੇ ਕਿਤੇ ਮਤਲਬ ਬੰਦੇ ਦੇ ਉੱਤੇ ਹੱਥ ਪੈਂਦਾ ਹੈ ਅਸੀਂ ਸਾਰੇ ਬੰਦੇ ਇੱਕ ਉਹਦੇ ਖਿਲਾਫ ਹੀ ਹੋ ਜਾਂਦੇ ਹਾਂ ਕਿ ਹਾਂ ਜੀ ਇਹਨੂੰ ਜੇ ਆਰੋਪ ਲੱਗਦਾ ਤਾਂ ਉਹਦੇ ਖਿਲਾਫ ਹੀ ਇਹਨੂੰ ਫੜੋ ਜੀ ਫੜੋ। ਪਰ ਜੇ ਇਹੀ ਗੱਲ ਕਿਸੇ ਅਫਸਰ ਦੇ ਉਹਦੇ ਉੱਤੇ ਆਉਂਦੀ ਹੈ ਤਾਂ ਇਹ ਸਾਰੇ ਇਕੱਠੇ ਹੋ ਜਾਂਦੇ ਆ ਔਰ ਕੋਈ ਮਤਲਬ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ। ਤਾਂ ਸਾਨੂੰ ਵੀ ਇਹ ਇਕੱਠੇ ਹੋ ਕੇ ਰਹਿਣਾ ਚਾਹੀਦਾ। ਇਹ ਪ੍ਰਕਾਸ਼ ਸਿੰਘ ਬਾਦਲ ਦੀ ਫਲੋਰ ਆਫ ਦਾ ਹਾਊਸ ਸਟੇਟਮੈਂਟ ਹੈ। ਮੈਂ ਮਤਲਬ ਉਸ 'ਚ ਨਹੀਂ ਕਹਿ ਰਿਹਾ ਕਿ ਇਹ ਸਟੇਟਮੈਂਟ ਉਹਨਾਂ ਦੀ ਹਾਊਸ 'ਚ ਹਜੇ ਵੀ ਰਿਕਾਰਡ ਦੇ ਵਿੱਚ ਹੈ। ਸੋ ਇਹ ਗੱਲ ਹਮੇਸ਼ਾ ਹੀ ਰਹੀ ਹੈ। ਇੱਕ ਮੇਰਾ ਇਹਦੇ ਵਿੱਚ ਮੇਰਾ ਇੱਕ ਉਹ ਆਪਣਾ ਪੁਆਇੰਟ ਹੈ ਕਿ ਮੈਨੂੰ ਲੱਗਦਾ ਕਿ ਜਦੋਂ ਵੀ ਸਰਕਾਰਾਂ ਇਹ ਕੰਮ ਕਰਦੀਆਂ ਨੇ, ਜਦੋਂ ਵਿਜੀਲੈਂਸ ਦੇ ਥਰੂ ਲੋਕਾਂ ਨੂੰ ਚਾਹੇ ਅਫਸਰ ਹੋਣ ਚਾਹੇ ਪੋਲੀਟੀਕਲ ਬੰਦੇ ਹੋਣ ਇਹਨਾਂ ਨੂੰ ਹੱਥ ਪਾਉਂਦੀਆਂ ਨੇ ਜਦੋਂ, ਤਾਂ ਉਹਨਾਂ ਦੀ ਇੱਕ ਮਨਸ਼ਾ ਧਿਆਨ ਹਟਾਉਣਾ ਵੀ ਹੁੰਦਾ ਕਿ ਜਿੰਨੇ ਵਾਅਦੇ ਜਾਂ ਜਿੰਨੇ ਮਤਲਬ ਉਹ ਕਰਕੇ ਆਏ ਨੇ ਉਹਨਾਂ ਨਾਲ ਲੋਕਾਂ ਨਾਲ ਕਿ ਅਸੀਂ ਆਹ ਕਰ ਦਾਂਗੇ ਆਹ ਕਰ ਦਾਂਗੇ, ਉਹ ਜਦੋਂ ਆ ਕੇ ਦੇਖਦੇ ਵੀ ਖਜ਼ਾਨਾ ਤਾਂ ਉਹਦੀ ਇਜਾਜ਼ਤ ਹੀ ਨਹੀਂ ਦੇ ਰਿਹਾ ਹੈਗਾ ਤੇ ਅਸੀਂ ਕਰਾਂਗੇ ਕਿੱਥੋਂ। ਤਾਂ ਔਰ ਉਹ ਜਿਹੜੇ ਧਰਨੇ ਪ੍ਰਦਰਸ਼ਨਾਂ ਤੋਂ ਬਚਣ ਵਾਸਤੇ ਜਾਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਵੀ ਇਸ ਤਰ੍ਹਾਂ ਦੇ ਇੱਕ ਉਹ ਚੱਲਦੀ ਹੈ ਕਿ ਕਦੀ ਕਿਸੇ ਨੂੰ ਫੜ ਲਿਆ ਕਦੀ ਕਿਸੇ ਨੂੰ ਫੜ ਲਿਆ। ਪਰ ਤੁਸੀਂ ਦੇਖਿਓ ਵੀ ਹਜੇ ਤੱਕ ਆਪਾਂ ਦੇਖੀਏ ਜੇ 20 ਸਾਲ ਦਾ ਆਪਾਂ ਕਰ ਲਈਏ 2002 ਤੋਂ ਲੈ ਕੇ ਹੁਣ 23 ਆ ਚੁੱਕਿਆ, 20 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, ਕੀ ਕਿਸੇ ਪੋਲੀਟੀਕਲ ਬੰਦੇ ਨੂੰ ਜਾਂ ਕਿਸੇ ਬਿਊਰੋਕਰੈਟ ਨੂੰ ਹੁਣ ਤੱਕ ਸਜ਼ਾ ਮਿਲੀ ਹੈ? ਇਹਦਾ ਮਤਲਬ ਵਿਜੀਲੈਂਸ ਨੇ ਜਿੰਨੇ ਕੇਸ ਕੀਤੇ ਸੀਗੇ ਉਹ ਸਾਰੇ ਤੇ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਤਾਂ ਜ਼ੀਰੋ ਹੀ ਇੱਕ ਤੇ ਹੀ ਖੜਾ ਹੈ। ਤਾਂ ਫਿਰ ਜੇ ਇੰਨੀ ਮੁਸ਼ੱਕਤ, ਇੰਨੀ ਟਾਈਮ ਵੇਸਟਿੰਗ, ਇੰਨਾ ਪੈਸਾ ਇਹ ਸਾਰਾ ਜਦੋਂ ਕੀਤਾ ਹੈਗਾ ਤਾਂ ਉਹਦਾ ਰਿਜ਼ਲਟ ਕੀ ਆਇਆ? ਮੈਨੂੰ ਲੱਗਦਾ ਕਿ ਇਹਦੇ ਲਈ ਜਿਹੜੇ ਜਾਂਚ ਅਧਿਕਾਰੀ ਨੇ ਉਹਨਾਂ ਦੀ ਵੀ ਜਵਾਬਦੇਹੀ ਤਾਂ ਜ਼ਰੂਰ ਤੈਅ ਹੋਣੀ ਚਾਹੀਦੀ ਹੈ ਨਾ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਕਿੰਨੇ ਵਾਰੀ ਇਹ ਬਾਹਰ ਬਾਦਲਾਂ ਦੀ ਵਿਦੇਸ਼ਾਂ 'ਚ ਜਿਹੜੀ ਜਾਇਦਾਦ ਹੈ ਉਹ ਦੇਖਣ ਵਾਸਤੇ ਵੀ ਗਏ ਜੀ, ਉੱਥੇ ਮੈਪਿੰਗ ਕਰਨੀ ਹੈ ਜੀ ਕਿੰਨੀ ਜਾਇਦਾਦ ਹੈ। ਪਰ ਫਿਰ ਆਇਆ ਕੀ? ਆਇਆ ਰਿਜ਼ਲਟ ਤਾਂ ਹਜੇ ਤੱਕ ਜ਼ੀਰੋ ਹੀ ਹੈ। ਤੇ ਜੇ ਜ਼ੀਰੋ ਹੀ ਰਿਜ਼ਲਟ ਹੈ ਤਾਂ ਫਿਰ ਇੰਨੀ ਮੁਸ਼ੱਕਤ ਕਰਨ ਦਾ ਫਾਇਦਾ ਕੀ ਸੀ? ਇਸ ਤੋਂ ਅੱਛਾ ਸੀ ਕਿ ਗਵਰਨਮੈਂਟ ਧਿਆਨ ਆਪਣੇ ਡਿਵੈਲਪਮੈਂਟ ਵਾਲੇ ਪਾਸੇ ਲਗਾਉਂਦੀ, ਲੋਕਾਂ ਨੂੰ ਧਰਨੇ ਪ੍ਰਦਰਸ਼ਨ ਨਾ ਕਰਨੇ ਪੈਣ। ਮੈਨੂੰ ਲੱਗਦਾ ਕਿ ਇੱਕ ਪੁਆਇੰਟ ਮੇਰਾ ਇਹ ਵੀ ਹੈ ਕਿ ਸ਼ਾਇਦ ਜਦੋਂ ਗਵਰਨਮੈਂਟਾਂ ਇਦਾਂ ਦਾ ਕੰਮ ਸ਼ੁਰੂ ਕਰਦੀਆਂ ਨੇ ਤੇ ਉਹਦੇ ਪਿੱਛੇ ਇੱਕ ਮਨਸ਼ਾ ਇਹ ਵੀ ਹੁੰਦੀ ਹੈ ਕਿ ਧਿਆਨ ਹਟਾਇਆ ਜਾਏ। ਜੀ ਜੀ ਬਿਲਕੁਲ। ਇਹ ਸਵਾਲ ਬਹੁਤ ਅਹਿਮ ਆ ਕਿ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਸੇ ਹੀ ਨੀਅਤ ਨਾਲ ਔਰ ਸ਼ਿੱਦਤ ਨਾਲ ਇਹ ਕੈਂਪੇਨ ਸ਼ੁਰੂ ਕਰਦੇ ਆ। ਰਵੀ ਸਿੱਧੂ ਦੇ ਨਾਮ ਥੱਲੇ ਇੱਕ ਬਹੁਤ ਵੱਡਾ ਪੀਪੀਐਸਸੀ ਦਾ ਸਕੈਮ ਨਿਕਲਦਾ, ਫਿਰ ਉਹ ਗ੍ਰਿਫਤਾਰੀਆਂ ਹੁੰਦੀਆਂ, ਫਿਰ ਗੱਲ ਅੱਗੇ ਵੱਧ ਜਾਂਦੀ ਆ। ਇਸ ਮੁਹਿੰਮ ਦਾ ਲਬੋ ਲਬਾਬ ਵੀ ਕੁਝ ਉਸੇ ਤਰ੍ਹਾਂ ਦਾ ਲੱਗਣਾ ਸ਼ੁਰੂ ਹੋ ਗਿਆ। ਹਰਿਆਣਾ ਦੇ ਵਿੱਚ ਕੱਲ ਵਿਜੀਲੈਂਸ ਬਿਊਰੋ ਦਾ ਨਾਂ ਚੇਂਜ ਕਰਤਾ। ਉਹਨਾਂ ਨੇ ਇਹ ਕਰਤਾ ਵੀ ਐਂਟੀ ਕਰਪਸ਼ਨ ਬਿਊਰੋ, ਹੁਣ ਵਿਜੀਲੈਂਸ ਬਿਊਰੋ ਦਾ ਨਵਾਂ ਨਾਂ ਉਹਨਾਂ ਨੇ ਰੱਖਤਾ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪੂਰਵ ਕਾਂਗਰਸੀ ਮੰਤਰੀਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ, ਐਮਐਲਏਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ, ਕਿਤੇ ਇੱਥੇ ਵੀ ਇਦਾਂ ਦਾ ਨਾਂ ਨਾ ਚੇਂਜ ਕਰਨਾ ਪਏ ਕਿ ਐਂਟੀ ਪੋਲੀਟੀਕਲ ਕਰਪਸ਼ਨ ਬਿਊਰੋ। ਪਰ ਚਲੋ ਇਹ ਗੱਲਾਂ ਹੈਗੀਆਂ। ਪਰ ਜਿਹੜੀ ਗੱਲ ਇੰਦਰਪ੍ਰੀਤ ਉਹਨਾਂ ਨੇ ਵੀ ਕਹੀ ਹੈ, ਤੁਸੀਂ 2002 ਤੋਂ ਲੈ ਕੇ ਪਿਛਲੇ 20 ਸਾਲਾਂ ਦੇ ਵਿੱਚ ਕਰਪਸ਼ਨ ਦੇ ਕੇਸ ਵਿਜੀਲੈਂਸ ਬਿਊਰੋ ਨੇ ਜਿੰਨੇ ਵੀ ਦਰਜ ਕੀਤੇ ਸੀ ਉਹਨਾਂ ਵਿੱਚ ਵੱਡੇ ਕੇਸਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਸਿਟੀ ਸੈਂਟਰ ਸਕੈਮ ਦੀ ਗੱਲ ਚੱਲਦੀ ਹੈ।
ਔਰ ਬਾਦਲਾਂ ਦੇ ਖਿਲਾਫ ਡਿਸਪ੍ਰੋਪੋਰਸ਼ਨੇਟ ਐਸੈਟ ਦਾ ਕੇਸ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੀਤਾ ਸੀਗਾ, ਜਿਹੜੇ ਦੇ ਵਿੱਚ ਦੋਨੋਂ ਕੇਸਿਸ ਦੇ ਵਿੱਚ ਬਾਅਦ ਚੋਂ ਇਹ ਕੇਸ ਕੋਰਟਾਂ ਦੇ ਵਿੱਚੋਂ ਵਿਡਰਾ ਕਰ ਲਿਆ ਗਿਆ। ਔਰ ਜਿੱਥੇ ਤੱਕ ਕੈਪਟਨ ਸਾਹਿਬ ਦੀ ਗੱਲ ਹੈਗੀ ਹੈ, 1000 ਪੇਜ ਦੇ ਵਿਜੀਲੈਂਸ ਨੇ ਐਵੀਡੈਂਸ ਦਿੱਤੇ ਸੀ ਕਿ ਲੁਧਿਆਣੇ ਦੀ ਕੋਰਟ ਦੇ ਵਿੱਚ ਸਿਟੀ ਸੈਂਟਰ ਸਕੈਮ ਦੇ ਵਿੱਚ, ਔਰ ਬਾਅਦ ਚੋਂ 1 ਪੇਜ ਦੀ ਚਿੱਠੀ ਦੇ ਕੇ ਉਹ ਸਾਰੇ ਸਬੂਤਾਂ ਨੂੰ ਵਿਡਰਾ ਕਰ ਲਿਆ ਗਿਆ ਸੀ। ਔਰ ਇਹ ਕਿਹਾ ਗਿਆ ਸੀ ਕਿ ਸਾਡੇ ਕੋਲ ਕੋਈ ਵੀ ਇਦਾਂ ਦਾ ਕੋਈ ਸਬੂਤ ਨਹੀਂ ਹੈ ਜਿਹਦੇ ਰਾਹੀਂ ਇਸ ਜਾਂਚ ਨੂੰ ਅੱਗੇ ਜਾਰੀ ਰੱਖਿਆ ਜਾ ਸਕਦਾ ਹੈ। ਔਰ ਹੁਣ ਗੱਲ ਚੱਲ ਰਹੀ ਹੈ ਬਿਊਰੋਕ੍ਰੇਸੀ ਦੀ, ਔਰ ਗੱਲ ਚੱਲ ਰਹੀ ਹੈ ਪੋਲੀਟੀਕਲ ਲੋਕਾਂ ਦੇ ਉੱਤੇ ਕੇਸ ਕਰਕੇ ਬਿਊਰੋਕ੍ਰੇਸੀ ਨੂੰ ਕਿਉਂ ਛੱਡਿਆ ਜਾ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ। ਹੁਣ ਭਾਸਕਰ ਸਾਹਿਬ, ਇਹਦੇ ਇੱਕ ਸਵਾਲ ਹੋਰ ਬੜਾ ਜ਼ਰੂਰੀ ਖੜਾ ਕਰਨ ਦੀ ਲੋੜ ਆ। ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਕੀਤੇ, ਇਨਵੈਸਟੀਗੇਸ਼ਨ ਹੋਈ, ਕੋਰਟਾਂ ਦੇ ਵਿੱਚ ਜਾ ਕੇ ਮੁੜ ਕੇ ਗਵਾਹ ਮੁੱਕਰ ਗਏ, ਕੇਸ ਵਾਪਸ ਹੋ ਗਏ, ਕੁਝ ਨਹੀਂ ਬਣਿਆ, ਕੀ ਇਹਦੀ ਦੁਬਾਰਾ ਜਾਂਚ ਕਰਾਉਣ ਦੀ ਲੋੜ ਨਹੀਂ ਸੀ? ਜੇ ਤੁਸੀਂ ਸੱਚੇ ਸੁਹਿਰਦ ਲੋਕ ਹੋ, ਕੀ ਇਹਦੇ ਸੰਬੰਧੀ ਉਹ ਸਾਰੇ ਅਫਸਰ ਟੰਗਣ ਦੀ ਲੋੜ ਨਹੀਂ ਸੀ ਜਿਨ੍ਹਾਂ ਨੇ ਮੌਕਾ ਬਮੌਕਾ ਆਪਣੇ ਬਿਆਨ ਬਦਲ ਲਏ? ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਸਿਟੀ ਸਕੈਮ ਦੇ ਵਿੱਚ ਨਹੀਂ ਲੋੜ ਸੀਗੀ? ਉਹ ਸਾਰੇ ਦੇ ਸਾਰੇ ਇੱਕ ਵਾਰੀ ਫਿਰ ਮਾਮਲੇ ਇਨਵੈਸਟੀਗੇਟ ਕਰਨ ਦੀ ਲੋੜ ਨਹੀਂ ਗਈ ਕਿ 31,000 ਕਰੋੜ ਰੁਪਇਆ ਜਿਹੜਾ ਅਣਚਾਹੇ ਰੂਪ ਚ ਪੰਜਾਬ ਸਿਰ ਮੜਤਾ ਗਿਆ ਜਾਂਦੀ ਹੋਈ ਸਰਕਾਰ ਦੇ ਨਜ਼ਰੀਏ ਤੋਂ, ਉਹਦੇ ਵਿੱਚ ਕਿਹੜੇ ਕਿਹੜੇ ਅਫਸਰ ਜ਼ਿੰਮੇਵਾਰ ਸੀ, ਕੌਣ ਕੌਣ ਕਿੱਥੇ ਕਿੱਥੇ ਸੀ, ਉਹ ਜ਼ਰੂਰਤ ਨਹੀਂ ਸਮਝੀ ਗਈ। ਇਹ ਸਾਰੇ ਮਾਮਲਿਆਂ ਦੇ ਵਿੱਚ ਅੱਜ ਵੀ ਉਹ ਲੋਕ ਦੰਦਨਾਉਂਦੇ ਫਿਰਦੇ ਆ, ਰਜੀਮ ਬਦਲਦੀ ਆ, ਅਫਸਰ ਵੱਖ-ਵੱਖ ਥਾਈਂ ਪ੍ਰਾਈਮ ਪੋਸਟਿੰਗ ਲੈ ਜਾਂਦੇ ਆ, ਔਰ ਕੋਈ ਮੁੜ ਕੇ ਦੇਖਦਾ ਹੀ ਨਹੀਂ ਝਾਕ ਕੇ। ਤੁਸੀਂ ਸਹੂਲਤ ਅਨੁਸਾਰ ਬੰਦਿਆਂ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਹੋ। ਕਿਹੜਾ ਸੌਖਿਆ ਸਾਈਨ ਕਰ ਦਿੰਦਾ ਵੱਡੇ ਇਸ਼ਤਿਹਾਰ ਜਾਰੀ ਕਰਨ ਲਈ, ਕਿਹੜਾ ਵਿਅਕਤੀ ਸ਼ਿਫਟ ਕਰਕੇ ਰਾਤੋਂ ਰਾਤ ਦੂਜਾ ਲਿਆਉਣਾ ਬੜੀ ਜ਼ਰੂਰਤ ਹੈ, ਉੱਥੇ ਵੀ ਇੱਕ ਪੋਲਿਟਿਕਸ ਚੱਲਦੀ ਰਹਿੰਦੀ ਹੈ। ਇਹਦਾ ਮਤਲਬ ਹੈ ਕਿ ਤੁਹਾਡੀ ਸੁਹਿਰਦਤਾ ਸ਼ੱਕ ਦੇ ਦਾਇਰਿਆਂ 'ਚ ਆ। ਤੁਸੀਂ ਜੋ ਕਹਿ ਕੇ ਆਏ ਸੀ, ਤੁਸੀਂ ਉਹਦੇ ਤੇ ਅਜੇ ਤੱਕ ਖੜੇ ਨਹੀਂ ਹੈ। ਤੁਸੀਂ ਅਜੇ ਵੀ ਉਸੇ ਤਰੀਕੇ ਨਾਲ ਡਾਵਾਡੋਲ ਜੇ ਔਰ ਕਿਹੜੀ ਵਾਰਾਖਾਂਦੀ ਚੀਜ਼ ਉਹੀ ਕਰ ਰਹੇ ਹੋ। ਭਾਸਕਰ ਸਾਹਿਬ, ਆਖਰੀ ਟਿੱਪਣੀ ਦਿਓ, ਅੱਗੇ ਵਧੀਏ ਗਵਰਨਰ ਸਾਹਿਬ ਦੇ ਮਾਮਲੇ ਤੇ। ਸਭ ਤੋਂ ਵੱਡੀ ਗੱਲ ਤੇ ਹੈ ਕਿ ਗਵਰਨਰ ਸਾਹਿਬ ਦੀ ਗੱਲ ਆਪਾਂ ਕਰਨ ਤੋਂ ਪਹਿਲੇ ਨੀਲਿਮਾ ਉਹਨਾਂ ਨੂੰ PSIDC ਦੇ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ, ਅੱਜ ਤੱਕ ਉਹਨਾਂ ਨੂੰ ਪੁੱਛਗਿੱਛ ਵਾਸਤੇ ਨਹੀਂ ਬੁਲਾਇਆ ਗਿਆ। ਇਹ ਇੱਕ ਵੱਡਾ ਐਗਜ਼ਾਮਪਲ ਹੈ। ਔਰ ਉਸ ਮੁੱਦੇ ਦੇ ਉੱਤੇ ਜਿਸ ਤਰ੍ਹਾਂ IAS ਆਫੀਸਰਸ ਨੇ ਸਟੈਂਡ ਲਿੱਤਾ, PCS ਆਫੀਸਰ ਤੇ ਮਾਸ ਕੈਜੂਅਲ ਲੀਵ ਤੇ ਵੀ ਚਲੇ ਗਏ, ਨਰਿੰਦਰ ਧਾਲੀਵਾਲ ਉਹਨਾਂ ਨੂੰ ਜਦ ਰੰਗੇ ਹੱਥੋਂ ਫੜਿਆ ਗਿਆ, ਇਹ ਸਾਰੀ ਗੱਲਾਂ ਇਸ ਤਰ੍ਹਾਂ ਇੰਡੀਕੇਟ ਕਰਦੀ ਹੈ ਕਿ ਜਦ ਕਦੀ ਬਿਊਰੋਕ੍ਰੇਸੀ ਦੇ ਖਿਲਾਫ ਐਕਸ਼ਨ ਹੁੰਦਾ ਹੈ ਉਹ ਤੇ ਇਕੱਠੇ ਹੋ ਜਾਂਦੇ ਨੇ, ਔਰ ਉਹ ਤੇ ਉਹਦਾ ਵਿਰੋਧ ਵੀ ਕਰਦੇ ਨੇ, ਔਰ ਸਰਕਾਰ ਨੂੰ ਵੀ ਦਬਾਅ ਦੇ ਵਿੱਚ ਉਹ 17A ਵਾਲੀ ਚਿੱਠੀ ਵਿਜੀਲੈਂਸ ਬਿਊਰੋ ਨੂੰ ਲਿਖਣੀ ਪੈਂਦੀ ਹੈ। ਔਰ ਉਸ ਚਿੱਠੀ ਦੇ ਵਿੱਚ ਇਹਨਾਂ ਸ਼ਬਦਾਂ ਦਾ ਵੀ ਯੂਜ਼ ਕੀਤਾ ਹੈ ਕਿ ਜੇ ਅੱਗੇ ਤੋਂ ਏਦਾਂ ਕੀਤਾ ਤੇ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏਗੀ। ਏਦਾਂ ਦੇ ਹਾਲਾਤ ਦੇ ਵਿੱਚ ਕਰਪਸ਼ਨ ਦੇ ਖਿਲਾਫ ਚਲਾਈ ਜਾਣ ਵਾਲੀ ਮੁਹਿੰਮ ਕਿੰਨੀ ਕੁ ਸਕਸੈਸਫੁਲ ਹੁੰਦੀ ਹੈ? ਰੰਧਾਵਾ ਜੀ, ਇੱਥੇ ਤੱਕ ਸੰਜੇ ਪੋਪਲੀ ਉਹਨਾਂ ਦਾ ਕੇਸ ਹੈ, ਕੱਲ ਅਦਾਲਤ ਨੇ ਉਹਨਾਂ ਨੂੰ ਬੇਲ ਐਪਲੀਕੇਸ਼ਨ ਦੇ ਵਾਸਤੇ ਰਿਜੈਕਟ ਕੀਤੀ। ਨਾਲ ਦੇ ਨਾਲ ਇਸ ਗੱਲ ਦਾ ਵੀ ਖੁਲਾਸਾ ਹੋਇਆ ਕਿ ਵਿਜੀਲੈਂਸ ਨੇ ਇੱਕ ਹੋਰ ਕੇਸ ਡਿਸਪ੍ਰੋਪੋਰਸ਼ਨੇਟ ਆਫ ਅਸੈਟ ਦਾ ਉਹਨਾਂ ਦੇ ਖਿਲਾਫ ਕੀਤਾ ਹੋਇਆ। ਔਰ ਜਦ ਉਹਨਾਂ ਦੇ ਘਰੋਂ ਰਿਕਵਰੀ ਹੋਈ ਸੀ ਸੋਨੇ ਦੀ ਇੱਟਾਂ ਦੀ, ਹੋਰ ਤਮਾਮ ਉਹ ਚੀਜ਼ਾਂ ਦੀ, ਉਸ ਤੋਂ ਬਾਅਦ ਕਿਉਂਕਿ ਇਹਨਾਂ ਨੂੰ ਜ਼ਮਾਨਤ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿਉਂਕਿ ਦੂਜੇ ਕੇਸਿਸ ਦੇ ਉੱਤੇ ਹੈਂਪਰਿੰਗ ਹੋਏਗੀ, ਐਵੀਡੈਂਸਿਸ ਨੂੰ ਉਹ ਟੈਂਪਰ ਕਰ ਸਕਦੇ ਨੇ। ਇਹ ਗੱਲ ਵੀ ਕੱਲ ਨਿਕਲ ਕੇ ਆਈ ਹੈ। ਜਦ ਵੀ ਕਿਸੇ ਅਫਸਰ ਦੇ ਖਿਲਾਫ ਕੋਈ ਕੇਸ ਚਲਾਇਆ ਜਾਂਦਾ ਹੈ, ਉਸ ਤੋਂ ਬਾਅਦ ਅਦਾਲਤ ਉਸ ਮੁੱਦੇ ਦੇ ਉੱਤੇ ਕਿੱਦਾਂ ਰਿਐਕਟ ਕਰਦੀ ਹੈ, ਇਹ ਵੀ ਗੱਲ ਦੇਖਣਯੋਗ ਹੈ। ਮੈਂ ਗਵਰਨਰ ਸਾਹਿਬ ਵੱਲ ਤੋਂ ਪਹਿਲਾਂ ਇੰਦਰਪ੍ਰੀਤ ਜੀ ਇਸ ਮਾਮਲੇ 'ਚ ਸਿੰਪਲ ਜੀ ਗੱਲ ਕਰਨਾ ਚਾਹੁੰਦਾ ਕਿ ਜੇ ਸੰਜੇ ਪੋਪਲੀ ਦੇ ਖਿਲਾਫ ਗੱਲ ਅੱਗੇ ਵਧੀ ਤੇ ਗੱਲ ਕਿੱਥੋਂ ਤੱਕ ਜਾ ਰਹੀ ਹੈ। ਜੇਕਰ ਆਸ਼ੀਸ਼ ਕਪੂਰ ਦਾ ਮਾਮਲਾ ਹੈ ਤੇ ਉਹ ਕਿਤੇ ਇੱਕ ਜਗ੍ਹਾ ਨਹੀਂ ਰੁਕਿਆ। ਇਸੇ ਤਰੀਕੇ ਨਾਲ ਨਰਿੰਦਰ ਸਿੰਘ ਧਾਲੀਵਾਲ ਦੇ ਖਿਲਾਫ ਵੀ ਮੇਰੇ ਖਿਆਲ ਜੇਕਰ ਤੁਸੀਂ ਜਾਇਦਾਦ ਦੇ ਮਾਮਲੇ 'ਚ ਗੱਲਾਂ ਕਰੋਗੇ, ਵਧਾਓਗੇ, ਤਾਂ ਕੁਛ ਨਾ ਕੁਛ ਤਾਂ ਉਹਦੇ 'ਚ ਤੁਸੀਂ ਦੱਸੋਗੇ ਨਾ ਆਣ ਕੇ। ਜੇਕਰ ਪਿਛਲੇ 20-25 ਸਾਲਾਂ ਦੇ ਵਿੱਚ ਅਫਸਰਸ਼ਾਹੀ ਜਾਂ ਸਮੁੱਚੀ ਸੱਤਾਧਾਰੀ ਧਿਰਾਂ, ਉਹ ਜਮਾਤ ਜਿਹਨੇ ਰੂਲ ਕੀਤਾ ਹੈ, ਜਿਹੜੀ ਵੀ ਹੈ, ਸਾਰਿਆਂ ਦੇ ਖਿਲਾਫ ਇੱਕ ਕਮਿਸ਼ਨ ਬਿਠਾਓ। ਦੇਖੋ ਤਾਂ ਸਹੀ ਕਿਹੜੇ ਵਿਅਕਤੀ ਕਦੋਂ ਸੱਤਾ ਤੇ ਅਸੀਨ ਸੀਗੇ ਔਰ ਉਹਨਾਂ ਨੇ ਕੀ ਕੁਝ ਬਣਾ ਲਿਆ। ਲੋਕਾਂ ਦਾ ਭਰਮ ਤਾਂ ਦੂਰ ਕਰ ਦਿਓ। ਇਹ ਸਵਾਲ ਅਹਿਮ ਨਹੀਂਗੇ, ਬਹੁਤ ਅਹਿਮ ਨੇ, ਕਿਉਂਕਿ ਹੁਣ ਤੱਕ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਜਾਂਦੀ ਆ। ਆਮ ਤੌਰ ਤੇ ਕਿਹਾ ਜਾਂਦਾ ਕਿ ਥੋੜੀ ਦੇਰ ਲਈ ਵਾਹ ਖੱਟ ਲਓ, ਮੁੜ ਕੇ ਅੱਗੇ ਵੱਧ ਜਾਓ, ਪਰ ਇਹਦੇ ਉੱਤੇ ਹੁੰਦਾ ਕੱਖ ਨਹੀਂ। ਮੈਂ ਅੱਗੇ ਚੱਲਦਾ ਹਾਂ। ਗਵਰਨਰ ਸਾਹਿਬ ਬਾਰਡਰ ਏਰੀਆਸ ਦੇ ਵਿੱਚ ਹੋਣਗੇ ਇੰਦਰਪ੍ਰੀਤ ਜੀ, ਔਰ ਮੁੱਖ ਮੰਤਰੀ ਸਾਹਿਬ ਨੇ ਆਪਣੀਆਂ ਮੀਟਿੰਗਾਂ ਲਗਭਗ, ਕਿਉਂਕਿ ਅਫਸਰਸ਼ਾਹੀ ਬੜੀ ਫਸੀ ਹੋਈ ਸੀ, ਬੜੀ ਤਕਲੀਫ 'ਚ ਸੀ ਕਿ ਉਧਰ ਜਾਈਏ ਇੱਧਰ ਜਾਈਏ, ਇੱਕ ਤਰ੍ਹਾਂ ਨਾਲ ਫਿਰ ਮੁੱਖ ਮੰਤਰੀ ਨੇ ਗਵਰਨਰ ਸਾਹਿਬ ਨੂੰ ਕਲੀਅਰ ਰਸਤਾ ਦਿੱਤਾ, ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਵੀ ਜਾਓ, ਜਿਹੜਾ ਕੰਮ ਮੈਂ ਕਰਨਾ ਤੁਸੀਂ ਕਰ ਰਹੇ ਹੋ, ਕੀ ਫਰਕ ਪੈਂਦਾ, ਗੱਲ ਤੇ ਇੱਕੋ ਹੀ ਆ। ਬਿਲਕੁਲ, ਇਹ ਤੁਹਾਡੀ ਗੱਲ ਠੀਕ ਹੈ ਕਿ ਜਿਵੇਂ ਆਪਾਂ ਪਿਛਲੇ ਰੋਜ਼ ਗੱਲ ਕੀਤੀ ਸੀਗੀ ਕਿ ਦੋਨਾਂ ਨੇ ਪੈਰਲਰ ਮੀਟਿੰਗਸ ਰੱਖ ਲਈਆਂ ਨੇ। ਉਹਨਾਂ ਨੇ ਆਪਣੀ ਉੱਥੇ ਦੌਰਾ ਰੱਖ ਲਿਆ ਤੇ ਇੱਧਰ CM ਸਾਹਿਬ ਨੇ
ਸਾਰੇ ਡੀਸੀ ਐਸਐਸਪੀ ਹੋਰ ਜਿਹੜੇ ਸੰਬੰਧਿਤ ਅਧਿਕਾਰੀ ਹੈ ਵੱਡੇ ਉਹਨਾਂ ਨੂੰ ਬੁਲਾ ਲਿਆ, ਤਾਂ ਉਹਨਾਂ ਲਈ ਮੁਸ਼ਕਿਲ ਤਾਂ ਇਹ ਆ ਹੀ ਰਹੀ ਸੀ, ਕਿਉਂਕਿ ਅਫਸਰਸ਼ਾਹੀ ਨੇ ਵੀ ਇਹ ਗੱਲ ਆਪਣੇ ਚੀਫ ਸੈਕਟਰੀ ਦੇ ਹਵਾਲੇ ਨਾਲ ਜਾਂ ਪ੍ਰਿੰਸੀਪਲ ਸੈਕਟਰੀ ਜਿਹੜੇ ਸੀਐਮ ਦੇ ਹੈਗੇ ਆ ਉਹਨਾਂ ਵੇਣੂ ਪ੍ਰਸਾਦ ਜੀ ਉਹਨਾਂ ਦੇ ਹਵਾਲੇ ਨਾਲ ਕਿਹਾ ਸੀਗਾ ਕਿ ਵੀ ਇਹ ਜਿਹੜੀ ਮੁਸ਼ਕਿਲ ਹੋ ਜਾਏਗੀ, ਕਿਉਂਕਿ ਉਹ ਸੰਵਿਧਾਨਿਕ ਪੋਸਟ ਨੇ ਤੇ ਡੀਸੀ ਐਸਐਸਪੀ ਦਾ ਰਹਿਣਾ ਉੱਥੇ ਬਹੁਤ ਜ਼ਰੂਰੀ ਹੈ ਜਦੋਂ ਵੀ ਗਵਰਨਰ ਉੱਥੇ ਜਾਂਦੇ ਆ। ਤੇ ਜੇ ਮਤਲਬ ਉਹ ਨਹੀਂ ਆਣਗੇ ਉੱਥੇ ਤੁਹਾਡੀ ਮੀਟਿੰਗ 'ਚ, ਫਿਰ ਉਹ ਨਹੀਂ ਆਣਗੇ ਤਾਂ ਫਿਰ ਤੁਹਾਡੀ ਮੀਟਿੰਗ ਕਰਨ ਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ 6 ਜ਼ਿਲ੍ਹਿਆਂ ਨਾਲ ਸੰਬੰਧਿਤ ਡੀਸੀ ਐਸਐਸਪੀ ਉੱਥੇ ਨੇ, ਫਿਰ ਆਈਜੀ ਵੀ ਹੋਣਗੇ, ਨੈਚੁਰਲੀ ਹੋਰ ਵੱਡੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਉੱਥੇ ਰਹਿਣਾ ਪਏਗਾ। ਤਾਂ ਇਹ ਜੇ ਮਤਲਬ ਮੈਨੂੰ ਲੱਗਦਾ ਕਿ ਸੀਐਮ ਸਾਹਿਬ ਥੋੜਾ ਜਿਹਾ ਅਸਰਟ ਕਰਦੇ ਤਾਂ ਸ਼ਾਇਦ ਇਹ ਫਿਰ ਟਕਰਾਓ ਵਾਲੀ ਸਥਿਤੀ ਤਾਂ ਆ ਹੀ ਜਾਣੀ ਸੀ, ਪਰ ਸ਼ਾਇਦ ਉਹਨਾਂ ਨੇ ਕਿਹਾ ਵੀ ਨਹੀਂ ਠੀਕ ਲੱਗਦਾ ਅਸਰਟ ਕਰਨਾ ਇੱਥੇ। ਤੁਹਾਨੂੰ ਯਾਦ ਹੋਊਗਾ ਕਿ ਜਿਹੜੀ ਇਹ ਮੀਟਿੰਗ ਰੱਖੀ ਸੀ ਗਵਰਨਰ ਸਾਹਿਬ ਨੇ, ਉਹ 24 ਤਰੀਕ ਹੀ ਰੱਖ ਲਈ ਸੀ, ਔਰ ਉਹਨਾਂ ਨੇ ਗਵਰਨਮੈਂਟ ਨੂੰ ਸੂਚਿਤ ਕਰਤਾ ਸੀ ਕਿ ਉਹ 24 ਮਈ ਜਾ ਰਿਹਾ 2 ਦਿਨ ਦੇ ਦੌਰੇ ਤੇ, ਜਦਕਿ ਜਿਹੜੀ ਸੀਐਮ ਨੇ ਰੱਖੀ ਸੀ ਉਹ 28 ਤਰੀਕ ਨੂੰ ਰੱਖੀ ਸੀ। ਇਹਦਾ ਮਤਲਬ ਇਹ ਹੈ ਕਿ ਗਵਰਨਮੈਂਟ ਇਹ ਜੇ ਉਹ ਅਸਰਟ ਕਰਦੇ ਤਾਂ ਇਹ ਜਾਂਦਾ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਸੋ ਕੱਲ ਇਸ ਤੇ ਮੈਨੂੰ ਲੱਗਦਾ ਕਿ ਉਹ ਉਹਦਾ ਵਿੱਚ ਬਚਾਓ ਦਾ ਰਸਤਾ ਕੱਢਦੇ ਹੋਏ ਉਹਨਾਂ ਨੇ 2 ਦਿਨ ਸਥਗਿਤ ਕਰ ਲਈ ਆਪਣੀ ਮੀਟਿੰਗ। ਹੁਣ ਇਹ ਸੀਐਮ ਨੇ ਆਪਣੀ 3 ਤਰੀਕ ਨੂੰ ਰੱਖ ਲਈ ਹੈ, ਔਰ 1 ਤੇ 2 ਤਰੀਕ ਨੂੰ ਅੱਜ ਤੇ ਕੱਲ ਜੋ ਹੈਗਾ ਉਹ ਗਵਰਨਰ ਸਾਹਿਬ ਜਾ ਆਣਗੇ। ਹਾਂ, ਬਾਕੀ ਗੱਲ ਰਹੀ ਕਿ ਗਵਰਨਰ ਸਾਹਿਬ ਦਾ ਕੀ ਜਾਣਾ ਉੱਤੇ ਜਾਇਜ਼ ਹੈ ਕਿ ਨਹੀਂ ਹੈ, ਇਹ ਹਮੇਸ਼ਾ ਤੋਂ ਹੀ ਗੱਲ ਆਉਂਦੀ ਹੈ ਕਿ ਜਦੋਂ ਚੁਣੀ ਹੋਈ ਸਰਕਾਰ ਕੰਮ ਕਰ ਰਹੀ ਹੈ ਤਾਂ ਫਿਰ ਗਵਰਨਰ ਨੂੰ ਉੱਥੇ ਜਾਣ ਦੀ ਕੀ ਲੋੜ ਹੈ। ਇਹ ਗੱਲ ਜ਼ਰੂਰ ਮੈਨੂੰ ਲੱਗਦਾ ਕਿ ਸੀਐਮ ਸਾਹਿਬ ਨੂੰ ਚਾਹੇ ਉਹਨਾਂ ਨਾਲ ਮੀਟਿੰਗ ਕਰਕੇ ਜਾਂ ਕਿਸੇ ਤਰ੍ਹਾਂ ਵੀ ਗੱਲ ਆਪਣੀ ਰੱਖਣੀ ਚਾਹੀਦੀ ਹੈ। ਇਹ ਰੱਖਣੀ ਜ਼ਰੂਰੀ ਵੀ ਹੁੰਦੀ ਹੈ। ਜਦੋਂ ਸਾਡਾ ਫੈਡਰਲ ਢਾਂਚਾ ਹੈ ਤਾਂ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਸੀਂ ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਦਾ ਮੌਕਾ ਨਾ ਦੇ ਕੇ ਖੁਦ ਹੀ ਕੰਮ ਕਰਨ ਲੱਗ ਜਾਓ। ਐਸ ਸੀਐਮ ਮੇਰਾ ਖਿਆਲ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ 1 ਤਰੀਕ ਨੂੰ ਕੈਬਨਿਟ ਮੀਟਿੰਗ ਰੱਖੀ ਗਈ ਸੀ ਕਈ ਦਿਨ ਪਹਿਲਾਂ, ਜਿਹਨੂੰ ਬਾਅਦ ਦੇ ਵਿੱਚ ਕਿਉਂਕਿ ਉਦੋਂ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਵੀ ਆਇਆ ਸੀ, ਰੌਲਾ ਪੈ ਗਿਆ ਕਿ ਕੈਬਨਿਟ ਮੀਟਿੰਗ ਤਾਂ 26 ਤੋਂ ਬਾਅਦ ਹੈ ਜੀ, ਔਰ ਫਿਰ ਉਹਨਾਂ ਨੇ ਕਿਹਾ ਜੀ 1 ਨੂੰ 1 ਤੋਂ ਬਾਅਦ 3 ਕਰਤੀ ਗਈ। ਉਦੋਂ ਆਧਾਰ ਹੀ ਹੋਣਗੇ, ਚੀਫ ਸੈਕਟਰੀ ਸਾਹਿਬ ਨੇ ਕਿਹਾ ਹੋਣਾ ਕਿ 1 ਤਰੀਕ ਨੂੰ ਤਾਂ ਜਨਾਬ ਅਸੀਂ ਉੱਥੇ ਹੋਣਾ ਜੀ, ਕੀ ਕਰੀਏ। ਇਹਦਾ ਮਤਲਬ ਹੈ ਕਿ ਅਸੀਂ ਪਹਿਲਾਂ ਹੀ ਆਪਣੇ ਨਿਰਧਾਰਤ ਜਿਹੜੇ ਸਾਡੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਛੇੜਛਾੜ ਕਰਨ ਲਈ ਰਾਜੀ ਹੋ ਜਾਂਦੇ ਆ। ਸਵਾਲ ਇਹ ਨਹੀਂ ਕਿ ਗਵਰਨਰ ਜਾ ਕੇ ਉੱਥੋਂ ਕੁਝ ਬਹੁਤ ਨੁਕਸਾਨ ਕਰ ਦੇਣਗੇ, ਲੇਕਿਨ ਕੁਝ ਤੈਅ ਪ੍ਰਕਿਰਿਆਵਾਂ ਹੁੰਦੀਆਂ, ਕੁਝ ਮਰਿਆਦਾਵਾਂ ਹੁੰਦੀਆਂ, ਕੁਝ ਖੂਬਸੂਰਤੀਆਂ ਹੁੰਦੀਆਂ ਨੇ ਕਿਸੇ ਵੀ ਸਿਸਟਮ ਦੀਆਂ, ਕਿ ਗਵਰਨਰ ਆਖਰ ਐਕਟਿਵ ਹੋਣ ਜਦੋਂ ਸਰਕਾਰ ਚੁਣੀ ਹੋਈ ਹੋਵੇ ਲੋਕਾਂ ਦੀ। ਇਹਦੇ ਨਾਲੋਂ ਚੰਗਾ ਸੀ ਕਿ ਉਹ ਗਵਰਨਰ ਸਾਹਿਬ ਆਪਣੇ ਰਾਜ ਭਵਨ ਦੇ ਵਿੱਚ ਅਧਿਕਾਰੀਆਂ ਦੀ ਮੀਟਿੰਗ ਸੱਦੇ, ਉਹਨਾਂ ਤੋਂ ਫੀਡਬੈਕ ਲੈ ਸਕਦੇ ਸੀ, ਉਹ ਸਾਰੀਆਂ ਗੱਲਾਂ। ਲੇਕਿਨ ਜੋ ਸਿੱਧਾ ਲੋਕਾਂ ਨਾਲ ਰਾਬਤਾ ਰੱਖਣਾ ਚਾਹ ਰਹੇ ਆ ਤੇ ਇਹਦੇ ਉੱਤੇ ਸੰਵਿਧਾਨਕ ਮਾਹਿਰ ਸਵਾਲ ਵੀ ਉਠਾਉਂਦੇ ਆ, ਸਰਕਾਰਾਂ ਨੁਕਤਾਚੀਨੀ ਵੀ ਕਰਦੀਆਂ। ਜੇ ਸਾਊਥ ਦੀ ਕੋਈ ਸਟੇਟ ਹੁੰਦੀ ਤੇ ਸ਼ਾਇਦ ਹੁਣ ਤੱਕ ਇੰਨਾ ਰੌਲਾ ਪੈ ਗਿਆ ਹੁੰਦਾ, ਸਿਰ ਤੇ ਅਸਮਾਨ ਚੱਕਿਆ ਹੋਣਾ ਸੀ, ਪਰ ਸਾਡੇ ਵਾਲੇ ਸੋਚਦੇ ਆ ਵੀ ਚਲੋ ਕੋਈ ਨਹੀਂ, ਫਿਰ ਕੀ ਆ, ਜੇ ਜਾ ਵੀ ਆਉਣਗੇ ਤੇ ਸਾਡਾ ਕੀ ਨੁਕਸਾਨ ਕਰ ਦੇਣਗੇ, ਚਲੋ ਅੱਗੇ ਵੱਧਦੇ ਆ। ਕਈ ਵਾਰੀ ਤੁਹਾਡੀ ਅਨੁਭਵ ਜ਼ਿੰਦਗੀ ਦੇ ਸੱਤਾ ਦੇ ਵਿੱਚ, ਸਿਆਸਤ ਦੇ ਵਿੱਚ ਤੁਹਾਡੀ ਆਪਣੀ ਜਿਹੜੀ ਤੁਹਾਡੀ ਐਕਸਪੀਰੀਅੰਸ ਹੁੰਦੇ ਆ ਉਹ ਵੀ ਅਸਰਅੰਦਾਜ਼ ਕਰਦੇ ਇਹਨਾਂ ਗੱਲਾਂ ਨੂੰ। ਪਰ ਭਾਸਕਰ ਸਾਹਿਬ, ਬਜਟ ਹੋਊਗਾ, ਮੈਨੂੰ ਕਦੇ ਅੱਜ ਤੱਕ ਨਹੀਂ ਸਮਝ ਆਇਆ। ਜਦੋਂ ਵੀ ਬਜਟ ਹੁੰਦਾ ਹੈ ਮੈਂ ਕਦੇ ਉਧਰ ਵੇਖਿਆ ਨਹੀਂ। ਆਮ ਤੌਰ ਤੇ ਜਦੋਂ ਦੂਰਦਰਸ਼ਨ ਹੁੰਦੇ ਸਨ ਤੇ ਮੈਨੂੰ ਮਨੋਹਰ ਭਾਰਤ ਜੀ ਉਹਨਾਂ ਨੇ ਕਈ ਵਾਰੀ ਸੱਦ ਲੈਣਾ ਵੀ ਅੱਜ ਬਜਟ ਤੇ ਪ੍ਰੋਗਰਾਮ ਤੂੰ ਕਰਨਾ, ਤੇ ਮੈਂ ਸਾਰੇ ਰਾਹ ਸੋਚਦਾ ਜਾਂਦਾ ਹੁੰਦਾ ਸੀ ਵੀ ਅੰਕੜਾ ਇਧਰੋਂ ਫੜੋ ਕਿ ਦੀ ਲੱਤ ਇਧਰੋਂ ਫੜੋ। ਪਰ ਜੇ ਪੰਜਾਬ ਸਰਕਾਰ, ਭਾਰਤ ਸਰਕਾਰ ਤੋਂ ਕੋਈ ਮੰਗ ਕਰ ਰਹੀ ਹੈ ਕਿ ਸਾਡੇ ਲਈ, ਅਸੀਂ ਇੱਥੇ ਬਾਰਡਰ ਸਟੇਟ ਹੈ, ਐਗਰੀਕਲਚਰ ਬੇਸ ਹੈ ਸਾਡਾ, ਲੈਂਡ ਲੌਕਡ ਹੈ, ਸਾਡੀਆਂ ਸਮੱਸਿਆਵਾਂ ਨੇ, ਅਸੀਂ ਖਾੜਕੂਵਾਦ ਵਰਗੀ ਹਨੇਰੀ ਝੱਲੀ ਆ, ਹੁਣ ਵੀ ਸਮੱਸਿਆਵਾਂ ਚ ਘਿਰੇ ਆ, ਤੇ ਸਾਨੂੰ ਆਹ ਕੁਝ ਦਿਓ। ਕੀ ਕਹਿੰਦੇ ਆਹ ਕੁਝ ਦਿਓ? ਮੈਂ ਵੈਸੇ ਇਹ ਦੇਖ ਕੇ ਵੀ 1125 ਕਰੋੜ ਪਰਾਲੀ ਲਈ ਤੇ 1000 ਕਰੋੜ ਪੁਲਿਸ ਲਈ ਮੰਗਿਆ, ਇਸ ਅੰਕੜੇ ਤੇ ਹੀ ਫਸਿਆ ਹੋਇਆ। ਅੱਗੇ ਚਲੋ ਹੁਣ ਤੁਸੀਂ। ਜਿੱਥੇ ਤੱਕ ਬਜਟ ਦੀ ਗੱਲ ਹੈਗੀ ਹੈ, ਕੱਲ ਇਕਨੋਮਿਕ ਸਰਵੇ ਆਇਆ, ਉਸ ਇਕਨੋਮਿਕ ਸਰਵੇ ਦੇ ਵਿੱਚ ਇਹ ਗੱਲ ਤੇ ਸਾਫ਼ ਹੋਈ ਕਿ ਸਾਡੀ ਜਿਹੜੀ ਗਰੋਥ ਰੇਟ ਹੈ ਉਹ 6.5% ਰਹਿਣ ਵਾਲੀ ਹੈ। ਔਰ ਇਸ ਬਜਟ ਦੇ ਵਿੱਚ ਕੀ ਚੀਜ਼ਾਂ ਇੰਪੋਰਟੈਂਟ ਹੋਣ ਵਾਲੀਆਂ ਉਹਦੇ ਉੱਤੇ ਵੀ ਕੱਲ ਜ਼ਿਕਰ ਜਿਹਾ ਕਾਫੀ ਸਾਰਾ ਮੀਡੀਆ ਦੇ ਵਿੱਚ ਤਬਦਾ ਰਿਹਾ। ਕਿਉਂਕਿ ਹੁਣ ਅਡਾਨੀ ਉਹਨਾਂ ਦਾ ਮੁੱਦਾ ਪਿੱਛੇ ਛਾਇਆ ਰਿਹਾ। ਅਡਾਨੀ ਉਹਨਾਂ ਨੂੰ ਕੋਈ ਰਿਲੀਫ ਦੇ, ਸਰਕਾਰ ਮਿਡਲ ਕਲਾਸ ਨੂੰ ਕੋਈ ਰਿਲੀਫ ਦੇ, ਕਿਸਾਨਾਂ ਨੂੰ ਕੋਈ ਰਿਲੀਫ ਦੇ, ਜਾਂ ਫਿਰ ਕਾਰਪੋਰੇਟ ਸੈਕਟਰ ਨੂੰ ਓਵਰਆਲ ਕੋਈ ਰਿਲੀਫ ਦੇ, ਇਹਦੇ ਉੱਤੇ ਗੱਲ ਅਟਕੀ ਹੋਈ ਹੈ। ਇਹਦੇ ਵਿੱਚ ਪੰਜਾਬ ਦੀ ਵੀ ਇੱਕ ਗੱਲ ਆਈ, ਪੰਜਾਬ ਨੇ ਵੀ ਬਜਟ ਤੋਂ ਕੀ ਭਾਲਦੇ ਨੇ ਉਹਦੇ ਬਾਰੇ ਚ ਹਰਪਾਲ ਸਿੰਘ ਚੀਮਾ ਜਿਹੜੇ ਵਿੱਤ ਮੰਤਰੀ ਸਾਡੇ ਹੈਗੇ ਨੇ, ਉਹਨਾਂ ਨੇ ਵੀ ਆਪਣੀ ਇੱਕ ਵੱਡੀ ਲਿਸਟ ਪੇਸ਼ ਕਰਤੀ ਸੀਗੀ ਨਿਰਮਲਾ ਸੀਤਾਰਮਨ ਉਹਨਾਂ ਦੇ ਸਾਹਮਣੇ। ਉਸ ਲਿਸਟ ਦੇ ਵਿੱਚ ਜਦ ਉਹ ਖੁਲਾਸਾ ਕਰਦੇ ਨੇ, ਕਹਿੰਦੇ ਅਸੀਂ
1125 ਕਰੋੜ ਰੁਪਏ ਮੰਗੇ ਪਰਾਲੀ ਦੇ ਮੈਨੇਜਮੈਂਟ ਵਾਸਤੇ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਸੂਬੇ ਦੀ ਸਰਕਾਰ ਨੇ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੰਗੇ ਸੀਗੇ ਕੇਂਦਰ ਸਰਕਾਰ ਤੋਂ, ਤਾਂ ਕਿਹਾ ਸੀ 500 ਰੁਪਏ ਸਾਡੀ ਸਰਕਾਰ ਸੂਬੇ ਦੀ ਦੇਗੀ ਤੇ 500 ਰੁਪਏ ਦਿੱਲੀ ਸਰਕਾਰ ਦੇਗੀ ਤੇ 2500 ਰੁਪਏ ਪਰ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਦੇਣ ਦੀ ਤਿਆਰੀ ਸੀਗੀ, ਪਰ ਸੈਂਟਰ ਨੇ ਨਾ ਕਰਤੀ ਸੀ। ਪਰ ਉਸ ਮੰਗ ਨੂੰ ਦੁਬਾਰਾ ਰੱਖਿਆ ਗਿਆ। 1000 ਕਰੋੜ ਰੁਪਏ ਪੁਲਿਸ ਦੇ ਮਾਡਰਨਾਈਜੇਸ਼ਨ ਵਾਸਤੇ, ਨਵੇਂ ਸਰਵੇਲੈਂਸ ਸਿਸਟਮ ਲਾਉਣ ਵਾਸਤੇ, ਬਾਰਡਰ ਏਰੀਆ ਦੇ ਵਿੱਚ ਨਵੇਂ ਥਾਣੇ ਖੋਲਣ ਵਾਸਤੇ, ਪੁਲਿਸ ਦੀ ਮੋਬਿਲਿਟੀ ਨੂੰ बढ़ाਉਣ ਵਾਸਤੇ, ਇਹਦੇ ਵਾਸਤੇ ਵੀ ਮੰਗੇ ਗਏ ਨੇ। ਇਹਦੇ ਵਾਸਤੇ ਵੀ ਸਰਕਾਰ ਨੇ ਪਹਿਲੇ ਕੇਂਦਰ ਦੀ ਨਾ ਕਰਤੀ ਸੀਗੀ। ਔਰ 2500 ਕਰੋੜ ਰੁਪਏ ਮੰਗੇ ਗਏ ਨੇ ਬਾਰਡਰ ਏਰੀਆ ਦੇ ਵਿੱਚ, ਬਾਰਡਰ ਬੈਲਟ ਦੇ ਵਿੱਚ ਇੰਡਸਟਰੀ ਨੂੰ ਲਾਉਣ ਵਾਸਤੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਇੱਕ ਸਕੀਮ ਦੇ ਰਾਹੀਂ ਅੱਗੇ ਵਧਦੀ ਨਜ਼ਰ ਆਉਂਦੀ ਸੀ, 1 ਡਿਸਟ੍ਰਿਕਟ 1 ਪ੍ਰੋਡਕਟ। ਔਰ ਉਸ 1 ਡਿਸਟ੍ਰਿਕਟ 1 ਪ੍ਰੋਡਕਟ ਦੇ ਹਿਸਾਬ ਨਾਲ ਇੱਕ ਪਾਰਟਿਕੂਲਰ ਪ੍ਰੋਡਕਟ ਤੋਂ ਰਿਲੇਟਡ ਇੰਡਸਟਰੀ ਨੂੰ ਬਾਰਡਰ ਏਰੀਆ ਦੇ ਵਿੱਚ ਡਿਵੈਲਪ ਕਰਨ ਦੀ ਗੱਲਾਂ ਕੀਤੀ ਗਈ ਸੀ। ਪਰ ਚਲੋ ਹੁਣ 2500 ਕਰੋੜ ਮੰਗ ਤੇ ਲਏ ਨੇ, ਅਗਲੇ ਦਿੰਦੇ ਹੈ ਕਿ ਨਹੀਂ ਦਿੰਦੇ। 11 ਕੁ ਵਜੇ ਜਦ ਬਜਟ ਨਿਰਮਲਾ ਸੀਤਾਰਮਨ ਉਹਨਾਂ ਪੜ੍ਹਨਾ ਸ਼ੁਰੂ ਕਰਨਗੇ, ਜਦ ਗੱਲ ਪੰਜਾਬ ਦੀ ਆਏਗੀ ਤਦ ਸਾਨੂੰ ਪਤਾ ਲੱਗੇਗਾ ਵੀ ਕੀ ਖਟਿਆ ਤੇ ਕੀ ਵਟਿਆ। ਉਸ ਤੋਂ ਇਲਾਵਾ 31000 ਕਰੋੜ ਰੁਪਏ ਦਾ ਜਿਹੜਾ ਫੂਡ ਸਕੈਮ ਸੀਗਾ, ਜਦ ਬਾਦਲਾਂ ਦੀ ਸਰਕਾਰ 2017 ਦੇ ਵਿੱਚ ਗਈ ਸੀ, ਔਰ ਉਹਨਾਂ ਦਿਨਾਂ ਦੇ ਵਿੱਚ ਇਸ ਸਕੈਮ ਦੀ ਗੱਲਾਂ ਤੇ ਬਹੁਤ ਹੋਈ ਸੀ, ਪਰ ਬਾਅਦ ਚੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਆ ਕੇ ਸੂਬੇ ਦੇ ਸਿਰ ਦੇ ਉੱਤੇ ਕਰਜ਼ਾ ਚੜ੍ਹਤਾ ਸੀਗਾ। ਉਹਨਾਂ ਦਿਨਾਂ ਦੇ ਵਿੱਚ ਵੀ ਇਹ ਗੱਲ ਹੋਈ ਸੀ ਰਿਸਪੌਂਸਿਬਿਲਿਟੀ ਸ਼ੇਅਰ ਕਰਨ ਦੀ। ਪ੍ਰਾਈਮ ਮਿਨਿਸਟਰ ਆਫਿਸ ਦੀ ਤਰਫੋਂ ਵੀ ਇੱਕ ਇਨਸਟਰਕਸ਼ਨ ਆਈ ਸੀ ਕਿ ਇਹਦੇ ਵਿੱਚੋਂ ਕੁਝ ਪੈਸਾ, ਕੁਝ ਰਿਸਪੌਂਸਿਬਿਲਿਟੀ ਕੇਂਦਰ ਵੀ ਸ਼ੇਅਰ ਕਰੇਗੀ। ਔਰ 6100 ਕਰੋੜ ਰੁਪਏ ਦਾ ਉਹ ਅਮਾਉਂਟ ਜਿਹੜਾ ਕੇਂਦਰ ਨੇ ਉਸ ਟਾਈਮ ਕਿਹਾ ਸੀਗਾ ਕਿ ਸੂਬੇ ਨੂੰ ਕੰਪਨਸੇਟ ਕੀਤਾ ਜਾਏਗਾ ਇਸ ਫੂਡ ਸਕੈਮ ਦੇ ਰਾਹੀਂ, ਫੂਡ ਸਕੈਮ ਦੇ ਵਾਸਤੇ ਜਾਂ ਇਸ ਐਮਬੈਜ਼ਲਮੈਂਟ ਵਾਸਤੇ, ਪਰ ਹਜੇ ਤੱਕ ਮਿਲਿਆ ਨਹੀਂ। ਉਹਦਾ ਵੀ ਜ਼ਿਕਰ ਹਰਪਾਲ ਸਿੰਘ ਚੀਮਾ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਕੀਤਾ। ਕੁਝ ਛੋਟਾ ਅਮਾਉਂਟ ਵੀ ਮੰਗਿਆ। 433 ਕਰੋੜ ਰੁਪਏ ਮੰਗੇ ਨੇ ਰਾਵੀ ਨਦੀ ਦੇ ਉੱਤੇ ਉਹ ਡੈਮ ਬਣਾਉਣ ਵਾਸਤੇ, ਜਿਹਦੇ ਰਾਹੀਂ ਪਾਕਿਸਤਾਨ ਦੇ ਵਿੱਚ ਜਿਹੜਾ ਪਾਣੀ ਓਵਰਫਲੋ ਹੋ ਰਿਹਾ ਹੈ ਉਹਨੂੰ ਰੋਕ ਕੇ ਪੰਜਾਬ ਦੇ ਵਿੱਚ ਖੇਤੀਬਾੜੀ ਵਾਸਤੇ ਯੂਜ਼ ਕੀਤਾ ਜਾਏ। ਇਹ ਮੰਗਾਂ ਤੇ ਬਹੁਤ ਵੱਡੀਆਂ। ਇਹਨਾਂ ਮੰਗਾਂ ਦੇ ਉੱਤੇ ਸਰਕਾਰ ਕਿੰਨਾ ਕੁ ਗੌਰ ਕਰਦੀ ਹੈ। ਤੁਸੀਂ ਇਹ ਦੇਖੋ ਕਿ 올ਡ ਪੈਨਸ਼ਨ ਸਕੀਮ ਦੇ ਉੱਤੇ ਵੀ ਸਰਕਾਰ ਤੋਂ ਗੁਜ਼ਾਰਿਸ਼ ਕੀਤੀ ਗਈ ਸੀ ਕਿ ਨਿਊ ਪੈਨਸ਼ਨ ਪਾਲਿਸੀ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮਾਂ ਦਾ ਪੈਸਾ ਤੁਹਾਡੇ ਕੋਲ ਜਮ੍ਹਾਂ ਹੈ ਉਹ ਸਾਨੂੰ ਵਾਪਸ ਕਰ ਦਿਓ, ਤਾਂ ਕਿ ਅਸੀਂ 올ਡ ਪੈਨਸ਼ਨ ਸਕੀਮ ਲਾਗੂ ਕਰ ਸਕੀਏ। ਉਹਦੇ ਉੱਤੇ ਵੀ ਸਰਕਾਰ ਦੀ, ਖਾਸ ਕਰਕੇ ਕੇਂਦਰ ਸਰਕਾਰ ਦੀ ਨਾ ਹੋ ਗਈ ਸੀ। ਉਹਨਾਂ ਨਾ ਕੀਤੇ ਹੋਏ ਮੁੱਦੇ ਦੇ ਉੱਤੇ ਹੁਣ ਅੱਜ ਬਜਟ ਦੇ ਵਿੱਚ ਕੁਝ ਦਿੰਦੇ ਨੇ। ਉਮੀਦ ਘੱਟ ਹੈ, ਪਰ ਚਲੋ ਉਮੀਦ ਦੇ ਉੱਤੇ ਸਰਕਾਰਾਂ ਵੀ ਕਾਇਮ ਰਹਿੰਦੀ ਨੇ, ਔਰ ਸਾਡੀ ਵੀ ਉਮੀਦ ਤੇ ਹੈਗੀ ਹੈ ਕੁਝ ਨਾ ਕੁਝ ਤੇ ਮਿਲੂਗਾ। ਕੁਝ ਟ੍ਰੇਨਾਂ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਕਿ ਟ੍ਰੇਨਾਂ ਪੰਜਾਬ ਦੇ ਵਿੱਚ ਹੋਰ ਸ਼ੁਰੂ ਕੀਤੀ ਜਾਣ, ਕਿਉਂਕਿ ਹੁਣ ਰੇਲ ਬਜਟ ਤੇ ਯੂਨੀਅਨ ਬਜਟ ਇਕੱਠਾ ਹੀ ਆਉਂਦਾ ਹੁੰਦਾ, ਪਹਿਲੇ ਵੱਖਰੇ ਰੱਖੇ ਆਉਂਦੇ ਸੀ। ਪਰ ਉਹਦੇ ਵਿੱਚ ਸਾਨੂੰ ਕੀ ਮਿਲਦਾ ਹੈ, 12-1 ਵਜੇ ਤੱਕ ਵੇਟ ਕਰੋ, ਸ਼ਾਇਦ ਕੁਝ ਮਿਲ ਜਾਏ। ਭਾਸਕਰ ਸਾਹਿਬ ਵੀ ਵਿੱਤ ਮੰਤਰੀ ਵਾਂਗ ਅੰਕੜਿਆਂ 'ਚ ਪੂਰਾ ਅੱਗੇ ਵੱਧ ਗਏ। ਇੰਦਰਪ੍ਰੀਤ ਜੀ ਇੱਥੇ ਟਿੱਪਣੀ ਜ਼ਰੂਰ ਦਿਓ। ਵੈਸੇ ਸਾਡਾ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਇੱਕ ਥਰਮਲ ਪਲਾਂਟ ਹੈ ਪ੍ਰਾਈਵੇਟ ਸੈਕਟਰ ਦਾ, ਉਹਦੇ ਦਿਵਾਲੀਆ ਹੋਣ ਦੀ ਖਬਰ ਆ ਰਹੀ ਆ, ਉਹਦੇ ਵਿਕਣ ਦੀ ਖਬਰ ਆ ਰਹੀ ਹੈ। ਵੈਸੇ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਵੀ ਬਹੁਤ ਸਰਕਾਰਾਂ ਨੇ ਰੌਲੇ ਪਾਏ, ਸਮੇਂ-ਸਮੇਂ ਦੇ ਉੱਤੇ ਇਲਜ਼ਾਮ ਵੀ ਆਉਂਦੇ ਰਹੇ, ਵਾਈਟ ਪੇਪਰ ਲਿਆਉਣ ਦੀ ਗੱਲ ਹੁੰਦੀ ਰਹੀ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੇ ਉੱਤੇ ਵੀ ਗੱਲ ਹੋਈ, ਇਹਦੀ ਜਾਂਚ ਕਰਾਵਾਂਗੇ, ਇਹਨੂੰ ਰੱਦ ਕਰਾਂਗੇ। ਇੱਕ ਪੱਤਰ ਨਿਕਲਣ ਦੀ ਗੱਲ ਵੀ ਹੋਈ ਸੀ ਉਹਨਾਂ ਦਿਨਾਂ 'ਚ। ਔਰ ਮੈਨੂੰ ਯਾਦ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਲੈ ਜਾਂਦੇ ਆ, ਉਸ ਤੋਂ 2 ਮਹੀਨੇ ਪਹਿਲਾਂ ਦੇ ਵਿੱਚ ਇਹ 3 ਵਾਰੀ ਇੰਜੀਨੀਅਰਸ ਦੀ ਮੀਟਿੰਗ ਸੱਦੀ, ਨੋਟਿਸ ਵੀ ਜਾਰੀ ਕਰਤੇ। ਲੇਕਿਨ ਹੁਣ ਉਹਨਾਂ ਦੀ ਆਪਣੀ ਸਥਿਤੀ ਵੀ ਇੰਨੀ ਮਾੜੀ, ਅਸੀਂ ਤਾਂ ਸੋਚਦੇ ਵੀ ਸਾਨੂੰ ਲੁੱਟ ਕੇ ਖਾ ਗਈ ਬਿਊਰੋਕਰੇਟਾਂ ਤੇ ਪੋਲੀਟੀਕਲ ਲੋਕਾਂ ਦੀ ਜਮਾਤ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਥਰਮਲ ਪਲਾਂਟ ਲਵਾਤੇ ਸਫੈਦ ਹਾਥੀ। ਲੇਕਿਨ ਇੱਥੇ ਤਾਂ ਮੈਨੂੰ ਲੱਗਦਾ ਉਹ ਆਪ ਛੱਡ ਕੇ ਜਾਣ ਨੂੰ ਫਿਰਦੇ। 4400 ਕਰੋੜ ਦੇ ਕਰਜ਼ੇ ਦੀਆਂ ਗੱਲਾਂ ਤੇ ਤੁਸੀਂ ਜਿਹੜੀ ਪਹਿਲਾਂ ਚਿੱਠੀ ਹਰਪਾਲ ਚੀਮੇ ਦੀ, ਇਹਦੇ 'ਚ ਕੁਝ ਰਹਿ ਗਿਆ ਤੇ ਉਹ ਜ਼ਿਕਰ ਕਰ ਦਿਓ। ਨਹੀਂ, ਮੈਂ ਤਾਂ ਜਸਟ ਜਿਹੜਾ 31000 ਕਰੋੜ ਵਾਲਾ ਭਾਸਕਰ ਜੀ ਨੇ ਜ਼ਿਕਰ ਕੀਤਾ, ਮੈਂ ਜਸਟ ਉਸ 'ਚ ਹੀ ਥੋੜਾ ਜਿਹਾ ਉਹ ਕਰ ਰਿਹਾ। ਦੇਖੋ, ਇਹ ਇੱਕ ਬਹੁਤ ਵੱਡੀ ਐਮਬੈਜ਼ਲਮੈਂਟ ਹੈ। ਮੈਂ ਸਕੈਮ ਤਾਂ ਨਹੀਂ ਕਹੂੰਗਾ, ਐਮਬੈਜ਼ਲਮੈਂਟ ਜ਼ਰੂਰ ਹੈ ਕਿ ਕੁਝ ਖਰਚੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਹ ਸਾਡੇ, ਅਸੀਂ ਤੁਹਾਡੇ ਤੋਂ ਲੈਣੇ ਆ, ਉਹ ਕਹਿ ਦਿੰਦੇ ਇੰਨੇ ਅਸੀਂ ਦੇਣੇ ਨਹੀਂ ਹੈਗੇ। ਉਹ ਵਿਆਜਾਂ ਦਾ ਚੱਕਰ ਹੈਗਾ ਕਿ ਤੁਸੀਂ ਚੱਕਿਆ ਨਹੀਂ ਕਣਕ ਇੱਥੋਂ ਤੇ ਸਾਡੇ ਤੇ ਵਿਆਜ ਪੈ ਗਿਆ ਜੀ, ਉਹ ਸਟੇਟ ਮੰਗਦੀ ਆ ਤਾਂ ਉਹ ਨਹੀਂ ਦਿੰਦੇ ਹੈਗੇ। ਇਸ ਤਰ੍ਹਾਂ ਦੀ ਲੈ ਕੇ ਇਹ ਟੋਟਲ 12000 ਕਰੋੜ ਦਾ ਐਕਚੁਅਲ ਅਮਾਉਂਟ ਹੈ। 12000 ਕਰੋੜ। ਉਸ 12000 ਕਰੋੜ ਦੇ ਉੱਪਰ 18000 ਕਰੋੜ ਜਿਹੜਾ ਹੈਗਾ ਉਹ ਵਿਆਜ ਹੈ। ਤੁਸੀਂ ਦੇਖੋ, ਦਾੜੀ ਨਾਲੋਂ ਮੁੱਛਾਂ ਜ਼ਿਆਦਾ ਲੰਬੀਆਂ ਹੋਈਆਂ ਪਈਆਂ ਇੱਥੇ ਤਾਂ ਉਹ 18000 ਕਰੋੜ ਦਾ ਜਿਹੜਾ ਵਿਆਜ ਸੀਗਾ, ਉਹਦੇ ਲਈ 2016 ਦੇ ਦਸੰਬਰ ਦੇ ਵਿੱਚ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਇੱਕ ਮੀਟਿੰਗ ਹੋਈ ਸੀ,
ਜਿਸ 'ਚ ਪਰਮਿੰਦਰ ਢੀਂਡਸਾ ਹੋਣੀ ਫਾਈਨਾਂਸ ਮਿਨਿਸਟਰ ਤੌਰ ਤੇ ਵੀ ਗਏ ਸੀਗੇ। ਉੱਥੇ ਇਹ ਤੈਅ ਹੋਇਆ ਸੀਗਾ ਕਿ ਇਹ 18,000 ਕਰੋੜ ਦੇ 3 ਹਿੱਸੇ ਕਰ ਲਏ ਜਾਣ। ਇੱਕ ਹਿੱਸਾ ਪੰਜਾਬ ਸਰਕਾਰ ਵਹਿਨ ਕਰੇ, ਇੱਕ ਹਿੱਸਾ ਗਵਰਨਮੈਂਟ ਆਫ ਇੰਡੀਆ ਔਰ ਇੱਕ ਹਿੱਸਾ ਬੈਂਕ ਦੇਣ। ਤਾਂ ਉਹ ਇਸ ਤੇ ਸਾਈਨ ਵੀ ਹੋ ਗਏ। ਤਾਂ ਗਵਰਨਮੈਂਟ ਨੇ ਕਿਹਾ ਵੀ ਠੀਕ ਹੈ ਅਸੀਂ ਇਹਨੂੰ ਟੇਕ ਓਵਰ ਕਰ ਲੈਂਦੇ ਹਾਂ ਐਜ਼ ਲੋਨ, ਔਰ ਇਹ ਲੌਂਗ ਟਰਮ ਲੋਨ ਹੋਏਗਾ ਜਿਹਦੀ ਅਸੀਂ ਹੁਣ 270 ਕਰੋੜ ਰੁਪਏ ਪਰ ਮੰਥ ਕਿਸ਼ਤ ਦੇ ਰਹੇ ਹਾਂ, ਪੰਜਾਬ ਦੇ ਰਿਹਾ। ਲੇਕਿਨ ਉਹ ਜਿਹੜੇ ਨਾ ਤਾਂ ਸੈਂਟਰ ਗਵਰਨਮੈਂਟ ਨੇ ਆਪਣਾ 6,000 ਕਰੋੜ ਦਿੱਤਾ, ਨਾ ਹੀ ਬੈਂਕਾਂ ਨੇ ਦਿੱਤਾ, ਯਾਨੀ ਕਿ ਉਹ 12,000 ਕਰੋੜ ਵੀ ਸਾਡੇ ਉੱਤੇ ਹੀ ਪੈ ਗਿਆ। ਫਿਰ ਉਸ ਤੋਂ ਬਾਅਦ 15ਵਾਂ ਫਾਈਨਾਂਸ ਕਮਿਸ਼ਨ ਬੈਠਿਆ, ਕੈਪਟਨ ਸਾਹਿਬ ਉਹਨਾਂ ਨੇ ਉਹਦੇ ਅੱਗੇ ਵੀ ਇਹ ਮੰਗ ਰੱਖੀ ਵੀ ਸਾਨੂੰ ਦਿਓ। ਉਹਨਾਂ ਨੇ ਇੱਕ ਸਬ ਕਮੇਟੀ ਬਣਾਈ, ਡਾਕਟਰ ਰਮੇਸ਼ ਚੰਦ ਜਿਹੜੇ ਨੀਤੀ ਆਯੋਗ ਦੇ ਮੈਂਬਰ ਹੈ ਉਹਨਾਂ ਦੇ ਬਣਾਈ, ਤਾਂ ਉਹਨਾਂ ਨੇ ਵੀ ਹਾਂ ਮੰਨਿਆ ਕਿ ਹਾਂ ਪੰਜਾਬ ਨਾਲ ਇਸ ਮਾਮਲੇ 'ਚ ਧੱਕਾ ਹੋਇਆ ਹੈ। ਉਹਨਾਂ ਨੇ ਸਿੱਧੇ ਤੌਰ ਤੇ ਤਾਂ ਸਾਡੀ ਕੋਈ ਮਦਦ ਨਹੀਂ ਕੀਤੀ ਇਹਦੇ ਵਿੱਚ, ਲੇਕਿਨ ਜਿਹੜੀ ਇੱਕ ਫਾਈਨਾਂਸ ਕਮਿਸ਼ਨ ਦੀ ਇੱਕ ਰਿਪੋਰਟ ਆਉਂਦੀ ਹੈ ਜਿਸ 'ਚ ਪੈਸਾ ਡਿਸਟਰੀਬਿਊਟ ਹੁੰਦਾ, ਉਹਦੇ 'ਚ ਪੰਜਾਬ ਦਾ ਕੁਝ ਪੈਸਾ ਹਿੱਸਾ ਜ਼ਰੂਰ ਵਧਾਤਾ ਉਹਨਾਂ ਨੇ, ਜਿਹਦੇ ਕਰਕੇ ਸਾਨੂੰ ਥੋੜਾ ਬਹੁਤ ਤਾਂ ਕੰਪਨਸੇਟ ਹੋ ਗਿਆ। ਲੇਕਿਨ ਇਹ 12,000 ਕਰੋੜ ਜਿਹੜਾ ਇੱਕ ਬਹੁਤ ਵੱਡੀ ਅਮਾਉਂਟ ਹੈ, ਉਹ ਸਾਨੂੰ ਕੰਪਨਸੇਟ ਨਹੀਂ ਹੋਈ ਹੈਗੀ। ਤੇ ਸਾਡੇ ਤੁਸੀਂ ਇਹ ਕਹਿ ਲਓ ਕਿ ਪੰਜਾਬ ਦੇ ਸਿਰ ਤੇ ਇੱਕ ਵੱਡਾ ਬੋਝ ਹੈ ਇਹ ਜਿਹੜਾ ਸਾਡੇ ਤੇ ਪੈ ਰਿਹਾ। ਤਾਂ ਮੈਨੂੰ ਲੱਗਦਾ ਕਿ ਇਹਦਾ ਡਿਵੈਲਪਮੈਂਟ ਦੇ ਉੱਤੇ ਫਿਰ ਉਨਾ ਹੀ ਅਸਰ ਵੀ ਪੈਂਦਾ। ਜੇ ਤੁਹਾਡੇ ਕੋਲ ਪੈਸਾ ਤੁਸੀਂ ਸਿਰਫ ਵਿਆਜ ਦੇਣ ਲਈ ਹੈਗਾ ਤੇ ਤੁਸੀਂ ਡਿਵੈਲਪਮੈਂਟ ਕੀ ਕਰੋਗੇ। ਹੁਣ ਤੁਸੀਂ ਗੱਲ ਕਰ ਰਹੇ ਹੋ GVK, ਅਸਲ 'ਚ ਦੇਖੋ ਜਦੋਂ ਇਹ ਪਲਾਂਟ GVK ਵਾਲਾ ਲੱਗਿਆ ਹੈਗਾ, ਇਹ ਸ਼ੁਰੂ ਤੋਂ ਹੀ ਵਿਵਾਦਾਂ ਦੇ ਉਸ 'ਚ ਰਿਹਾ। ਪਹਿਲੀ ਗੱਲ ਤੇ ਸਭ ਤੋਂ ਲੇਟ ਬਣਿਆ, ਇਹ ਸਭ ਤੋਂ ਛੋਟਾ ਪਲਾਂਟ ਸੀ, ਪ੍ਰਾਈਵੇਟ ਸੈਕਟਰ ਦਾ ਸਭ ਤੋਂ ਛੋਟਾ ਪਲਾਂਟ ਸੀ ਇਹ। ਤਾਂ ਜਦੋਂ ਇਹ ਪਲਾਂਟ ਲੱਗਿਆ ਸੀਗਾ ਉਦੋਂ ਜੋ ਰੇਟਸ ਤੈਅ ਹੋਏ ਸੀਗੇ ਉਸ ਦੇ ਉੱਤੇ ਬਹੁਤ ਵਿਵਾਦ ਹੋਇਆ ਕਿ ਤੁਸੀਂ ਇਹਨਾਂ ਨੂੰ ਜ਼ਿਆਦਾ ਪੈਸੇ ਦਿੱਤੇ ਆ। ਤੁਹਾਨੂੰ ਜਿਵੇਂ ਕਾਂਗਰਸ ਵਾਲਿਆਂ ਨੇ, ਸੁਨੀਲ ਜਾਖੜ ਹੋਰਾਂ ਨੇ ਖਾਸ ਤੌਰ ਤੇ ਬਹੁਤ ਉਹ ਪਾਇਆ ਸੀਗਾ ਕਿ ਇੱਕ ਤਾਂ ਪੈਸੇ ਜ਼ਿਆਦਾ ਦਿੱਤੇ ਆ ਔਰ ਅਸੀਂ ਨਾ ਚੱਲਣ ਦੇ ਵੀ ਪੈਸੇ ਦੇ ਰਹੇ ਹਾਂ ਇਹਨਾਂ ਨੂੰ। ਕੱਲਾ ਇਹੀ ਨਹੀਂ, GVK ਤੋਂ ਇਲਾਵਾ ਉਦੋਂ ਰਾਜਪੁਰਾ ਥਰਮਲ ਪਲਾਂਟ ਵਾਲਿਆਂ ਨੇ ਵੀ ਆਫਰ ਕੀਤੀ ਸੀ ਵੀ ਅਸੀਂ ਜੇ ਇਹਨੂੰ ਨਹੀਂ ਚਲਾਉਣਾ ਚਾਹੁੰਦੇ, ਜੇ ਗਵਰਨਮੈਂਟ ਚਾਹੇ ਤਾਂ ਇਹਨੂੰ ਟੇਕ ਓਵਰ ਕਰ ਲੇ ਜੀ। ਤਾਂ ਉਦੋਂ ਲੇਕਿਨ ਪਾਵਰਕਾਮ ਨੇ ਇੰਟਰਸਟ ਤਾਂ ਸ਼ੋਅ ਕੀਤਾ ਸੀ, ਲੇਕਿਨ ਬਹੁਤ ਜ਼ਿਆਦਾ ਮਹਿੰਗਾ ਹੋਣ ਕਰਕੇ ਉਹਨਾਂ ਦਾ ਹੱਥ ਨਹੀਂ ਪਿਆ, ਕਿਉਂਕਿ ਆਲਰੇਡੀ ਉਹਨਾਂ ਦੇ ਉੱਤੇ 18,000 ਕਰੋੜ ਰੁਪਏ ਦਾ ਕਰਜ਼ਾ ਪਹਿਲਾਂ ਤੋਂ ਹੀ ਸੀਗਾ। ਤਾਂ ਉਹ ਵੀ ਕਰਜ਼ਾ ਹੁਣ ਲੌਂਗ ਟਰਮ ਦੇ ਵਿੱਚ ਪਾਤਾ ਉਹਨਾਂ ਨੇ। ਤਾਂ ਹੁਣ ਫਿਰ ਦੁਬਾਰਾ ਤੋਂ ਇਹ ਪਲਾਂਟ ਲੈਣ ਦੀ ਇੱਛਾ ਉਹਨਾਂ ਨੇ ਜ਼ਾਹਿਰ ਕੀਤੀ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਹੁਣ ਸਾਨੂੰ ਬਿਜਲੀ ਮਿਲ ਰਹੀ ਹੈ ਉਹ ਪ੍ਰਾਈਵੇਟ ਸੈਕਟਰ ਤੋਂ ਹੀ ਮਿਲ ਰਹੀ ਹੈ। ਤਾਂ ਬਠਿੰਡਾ ਵਾਲਾ ਥਰਮਲ ਪਲਾਂਟ ਕਿਉਂਕਿ ਬੰਦ ਹੋ ਚੁੱਕਿਆ ਹੈ, ਉਹਨਾਂ ਦਾ ਇਹ ਹੈ ਚੱਲ ਰਹੀ ਹੈ ਗੱਲਬਾਤ ਪੂਡਾ ਨਾਲ ਵੀ ਚੱਲ ਰਹੀ ਹੈ ਕਿ ਪੂਡਾ ਨੂੰ ਉਹ ਜ਼ਮੀਨ ਦੇ ਕੇ ਉਹ ਵੇਚ ਦੇਣ ਉਹ ਸਾਡੀ ਜ਼ਮੀਨ, ਤੇ ਉਹਦੇ ਬਦਲੇ ਜਿੰਨਾ ਪੈਸਾ ਆਏ ਉਹਦੇ ਨਾਲ ਅਸੀਂ ਜਿਹੜਾ ਹੈ GVK ਵਾਲਾ ਪਲਾਂਟ ਜਾਂ ਖਰੀਦ ਲਈਏ, ਜਾਂ ਫਿਰ ਅਸੀਂ ਆਪਣੇ ਤੌਰ ਤੇ ਨਵਾਂ ਪਲਾਂਟ 1000 ਮੈਗਾਵਾਟ ਦਾ ਅਸੀਂ ਖੁਦ ਲਗਾਈਏ। ਕਿਉਂਕਿ ਹੁਣ ਉਹਨਾਂ ਨੂੰ ਇੱਕ ਜਿਹੜੀ ਬਹੁਤ ਸਾਲਾਂ ਤੋਂ ਸਾਡੀ ਬੰਦ ਪਈ ਕੋਲ ਮਾਈਨ ਹੈਗੀ ਹੈ ਉਹ ਮਿਲ ਗਈ ਹੈ ਪੰਜਾਬ ਨੂੰ ਦੁਬਾਰਾ। ਬਹੁਤ ਪਹਿਲਾਂ ਇਹ ਜਿਹੜੇ ਸਾਡੇ ਸੈਕਟਰੀ ਕੋਲ ਸੀਗੇ ਉਹ ਪੰਜਾਬ ਕਾਡਰ ਦੀ ਸੀ, ਉਹਨਾਂ ਨੇ ਸਾਨੂੰ ਅਲਾਟ ਕੀਤੀ ਸੀ ਇਹ, ਪਰ ਇਹ ਅਸੀਂ ਉਹਦਾ ਫਾਇਦਾ ਨਹੀਂ ਉਠਾ ਸਕੇ ਇੰਨੇ ਸਾਲਾਂ ਦੇ ਵਿੱਚ। ਇਹ ਹੁਣ ਮਿਲ ਗਈ ਹੈ ਤਾਂ ਹੁਣ ਪਾਵਰਕਾਮ ਨੂੰ ਵੀ ਲੱਗ ਰਿਹਾ ਕਿ ਅਸੀਂ ਈਜ਼ੀਲੀ ਚਲਾ ਸਕਦੇ ਹਾਂ। ਤਾਂ ਉਹਨਾਂ ਨੇ ਵੀ ਇੱਕ ਸ਼ੋਅ ਕੀਤਾ ਕਿ ਅਸੀਂ ਇਹਨੂੰ ਲੈ ਲਈਏ ਤਾਂ ਕਿ ਜਿਹੜਾ ਪ੍ਰਾਈਵੇਟ ਸੈਕਟਰ ਦੇ ਬਰਾਬਰ ਜਿਹੜਾ ਹੈਗਾ ਗਵਰਨਮੈਂਟ ਸੈਕਟਰ ਦਾ ਵੀ ਖੜਾ ਰਹੇ। ਅਦਰਵਾਈਜ਼ ਨਹੀਂ ਤਾਂ ਕੱਲ ਅਗਰ ਪ੍ਰਾਈਵੇਟ ਸੈਕਟਰ ਨੇ ਅੱਖਾਂ ਦਿਖਾਣੀਆਂ ਸ਼ੁਰੂ ਕਰਤੀਆਂ ਜਾਂ ਉਹਨਾਂ ਨੇ ਆਪਣੇ ਰੇਟਸ ਵਧਾਉਣੇ ਸ਼ੁਰੂ ਕਰਤੇ ਤਾਂ ਮੈਨੂੰ ਲੱਗਦਾ ਕਿ ਫਿਰ ਦਿੱਕਤਾਂ ਵੀ ਵੱਧ ਜਾਣਗੀਆਂ। ਇਸ ਕਰਕੇ ਇੱਕ ਪੈਰਲਰ ਜਾਂ ਸਿਸਟਮ ਗਵਰਨਮੈਂਟ ਬਣਾਉਣਾ ਚਾਹੁੰਦੀ ਹੈ, ਤੇ ਉਹਦੇ 'ਚ ਇਹਨਾਂ ਨੇ ਸ਼ੋਅ ਕੀਤਾ ਕਿ ਅਸੀਂ ਮਤਲਬ ਇਹ ਜਿਹੜਾ ਪਲਾਂਟ ਹੈਗਾ ਇਹ ਅਸੀਂ ਲੈ ਸਕਦੇ ਹੈਗੇ। ਜੀ ਭਾਸਕਰ ਸਾਹਿਬ, ਇਹਦੇ ਉੱਤੇ ਤੁਸੀਂ ਟਿੱਪਣੀ ਦੇਣਾ ਚਾਹ ਰਹੇ ਹੋ? ਜੇ ਮਨਪ੍ਰੀਤ ਬਾਦਲ ਜਦੋਂ ਬਠਿੰਡੇ ਵਾਲੀਆਂ ਝੀਲਾਂ ਦਾ ਜ਼ਿਕਰ ਹੁੰਦਾ ਉੱਥੋਂ ਤੇ ਥਰਮਲ ਪਲਾਂਟ ਦਾ ਹੁੰਦਾ, ਜੇਕਰ ਉਹਨੂੰ ਨਵਿਆ ਸਕਦੇ ਜਾਂ ਮੁੜ ਕੇ ਹੀ ਉਹਨੂੰ ਉਸਾਰ ਸਕਦੇ ਨਵੀਆਂ ਤਕਨੀਕਾਂ ਦੇ ਆਧਾਰ ਤੇ ਕੋਈ ਮਾੜੀ ਗੱਲ ਨਹੀਂ ਸੀ। ਉੱਤੇ ਸਿਆਸਤ ਹੀ ਹੁੰਦੀ ਰਹੀ, ਹੋਰ ਕੁਝ ਹੋਇਆ ਹੀ ਨਹੀਂ। ਹਾਂ, ਇਹ ਗੱਲ ਜ਼ਰੂਰ ਆ ਕਿ ਜਦੋਂ ਇਹ ਥਰਮਲ ਪਲਾਂਟ ਲੱਗੇ ਸੀ ਉਦੋਂ ਲੋਡ ਸਾਡੀ ਕਿੰਨੀ ਸੀ ਤੇ ਉਸ ਤੋਂ ਇੰਨੀ ਵੱਧ ਸਮਰੱਥਾ ਵਾਲੇ ਕਿਉਂ ਲੱਗੇ, ਇਹ ਵੀ ਰੌਲੇ ਪੈਂਦੇ ਰਹੇ। ਔਰ ਇਹ ਵੀ ਰੌਲੇ ਪੈਂਦੇ ਰਹੇ ਕਿ ਜਿਹੜੇ ਸਾਨੂੰ ਖੜੇ ਖਲੋਤਿਆਂ ਦੇ ਚਾਰਜਸ ਦੇਣੇ ਪੈ ਰਹੇ ਆ ਉਹ ਵੀ ਬਹੁਤ ਜ਼ਿਆਦਾ ਕਾਸਟ ਪੈਂਦੀ ਆ, ਦੇਣੇ ਤਾਂ ਪੈਣਗੇ ਉਹਨਾਂ ਲੋਕਾਂ ਨੂੰ। ਸੋ ਭਾਸਕਰ ਸਾਹਿਬ, ਇਹ ਗੱਲ ਤੇ ਛੋਟੀ ਜਿਹੀ ਟਿੱਪਣੀ, ਪਰ ਉਹ ਜਿਹੜਾ ਪਾਸਟਰਾਂ ਦੇ ਉੱਤੇ ਕੱਲ ਇਨਕਮ ਟੈਕਸ ਤੇ ਬਾਕੀ ਰੇਟਸ ਦੀ ਗੱਲ ਹੋਈ ਉਹ ਵੀ ਤੁਸੀਂ ਫਿਰ ਕਰ ਹੀ ਦਿਓ ਲੱਗਦੇ ਆ। GVK ਜਿਹੜਾ ਪਲਾਂਟ ਹੈਗਾ ਥਰਮਲ ਪਲਾਂਟ, ਇਹ 540 ਮੈਗਾਵਾਟ ਦਾ, ਇਹਦੇ ਉੱਤੇ 4400 ਕਰੋੜ ਦਾ ਕਰਜ਼ਾ ਹੈਗਾ।
ਇਹਦੇ ਵਾਸਤੇ 11 ਕੰਪਨੀਆਂ ਨੇ ਪਹਿਲੇ ਹੀ ਆਪਣਾ ਇੰਟਰਸਟ ਸ਼ੋਅ ਕੀਤਾ, ਜਿਹਦੇ ਵਿੱਚੋਂ ਇੱਕ ਨਾਂ ਬੜਾ ਵੱਡਾ ਹੈ, ਅਡਾਨੀ ਸਾਹਿਬ। ਅਡਾਨੀ ਸਾਹਿਬ ਵੀ ਇਸ ਪਲਾਂਟ ਨੂੰ ਖਰੀਦਣਾ ਚਾਹੁੰਦੇ ਨੇ, ਔਰ ਹੁਣ ਚਲੋ ਅੱਜ ਕੱਲ ਤੇ ਮੁਸੀਬਤ ਪਈ ਹੋਈ ਹੈ ਅਡਾਨੀ ਸਾਹਿਬ ਨੂੰ, ਹੁਣ ਉਹ ਕਿੰਨਾ ਕੁ ਆਪਣੇ ਇਸ ਇੰਟਰਸਟ ਨੂੰ ਅੱਗੇ ਵਧਾਉਂਦੇ ਨੇ। ਪਰ ਹਾਂ, ਪੀਐਸਪੀਸੀਐਲ ਵੀ ਇਸ ਪਲਾਂਟ ਨੂੰ ਖਰੀਦ ਕੇ, ਕਿਉਂਕਿ ਬਠਿੰਡੇ ਵਾਲਾ ਬੰਦ ਕਰਕੇ ਨਵੀਂ ਦੁਕਾਨ ਖੋਲਣ ਵਾਸਤੇ, ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਜਾਂ ਪਾਵਰਕੌਮ ਨੂੰ ਵੀ ਨਜ਼ਰ ਆਉਂਦਾ ਹੈ। ਉਹ ਕਹਿੰਦੇ ਨੇ ਪਛਵਾੜੇ ਤੋਂ ਜਿੰਨੀ ਕੁ ਕੋਇਲੇ ਦੀ ਸਪਲਾਈ ਹੋਏਗੀ, ਉਹਨੂੰ ਕੋਲੇ ਨੂੰ ਵੇਚ ਕਰਕੇ ਹੀ ਆਪਾਂ ਇਸ ਪਲਾਂਟ ਨੂੰ ਚਲਾ ਸਕਦੇ ਹਾਂ। ਅਦਰਵਾਈਜ਼ ਕੋਇਲੇ ਨੂੰ ਵੇਚਣ ਦੀ ਗੱਲ ਪਿਛਲੀ ਵਾਰ ਵੀ ਤੁਰੀ ਸੀ ਔਰ ਦੂਜੇ ਪਲਾਂਟ ਵਾਸਤੇ ਵੀ ਤੁਰੀ ਸੀ। ਪਰ ਹਾਂ, ਹੁਣ ਦੇਖਦੇ ਆ ਲੈਂਦੇ ਆ ਕਿ ਨਹੀਂ ਲੈਂਦੇ। ਹੁਣ ਤੁਸੀਂ ਉਹ ਗੱਲ ਕੀਤੀ ਜਿਹੜੇ ਪਾਸਟਰਸ ਦੇ ਉੱਤੇ ਰੇਡ ਪਈ ਇਨਕਮ ਟੈਕਸ ਦੀ, ਔਰ ਜਿਹੜਾ ਸਾਡੇ ਜਲੰਧਰ ਦੇ ਵਿੱਚ ਆ ਜਿਹੜਾ ਏਰੀਆ ਨਕੋਦਰ ਰੋਡ ਦਾ, ਉਹਦੇ ਉੱਤੇ ਪਾਸਟਰਾਂ ਦਾ ਬੜਾ ਇੱਕ ਜ਼ਬਰਦਸਤ ਇੱਕ ਰਸ਼ ਦੇਖਣ ਨੂੰ ਮਿਲਦਾ ਹੈ ਜਦ ਕਦੀ ਸੰਡੇ ਨੂੰ ਚੰਗਿਆਈ ਸਭਾ ਬੰਦਿਆਂ ਦੀ ਹੁੰਦੀ ਹੈ। ਅੰਕੁਰ ਨਰੂਲਾ ਨਾਂ ਦੇ ਵੀ ਇੱਕ ਪਾਸਟਰ ਹੈਗੇ ਨੇ ਉੱਥੇ, ਔਰ ਇਹ ਸਾਰੇ ਸੈਲਫ ਟਾਈਡ ਪਾਸਟਰ ਨੇ। ਪਰ ਇਹ ਜਿਹੜੀ ਰੇਡ ਪਈ ਸੀ ਇਹ ਬਜਿੰਦਰ ਸਿੰਘ ਉਹਨਾਂ ਦੇ ਉੱਤੇ ਪਈ ਸੀ, ਔਰ ਉਹ ਤਕਰੀਬਨ 10 ਸਾਲ ਪਹਿਲੇ ਕ੍ਰਿਸਚਨ ਧਰਮ ਅਪਣਾਇਆ ਸੀ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਦੇ ਚਰਚਾਂ, ਉਹਨਾਂ ਦੀ ਬ੍ਰਾਂਚਿਸ ਬੜੀ ਜ਼ਬਰਦਸਤ ਹੈ ਰੰਧਾਵਾ ਜੀ, 12-13 ਜਗ੍ਹਾ ਤੇ ਪੰਜਾਬ ਦੇ ਵਿੱਚ, ਔਰ ਮੇਰੇ ਖਿਆਲ ਨਾਲ ਇਦਾਂ ਦੀ ਕੋਈ ਵੀ ਡਿਵੈਲਪਡ ਕੰਟਰੀ ਨਹੀਂ ਹੈਗੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਚਰਚ ਨਾ ਚੱਲਦੇ ਹੋਣ। ਇਨਕਮ ਟੈਕਸ ਵਾਲੇ ਦੀ ਨਜ਼ਰ ਪੈ ਗਈ, ਰੇਡਾਂ ਚੱਲ ਰਹੀਆਂ, ਹਜੇ ਤੱਕ ਵੀ ਅਸੈਸਮੈਂਟ ਹੋ ਰਹੀ ਹੈ। ਔਰ ਇੱਕ ਖੋਜੇਵਾਲ ਦੇ ਵਿੱਚ ਵੀ ਇੱਕ, ਇਹ ਵੀ ਕਪੂਰਥਲੇ ਦੇ ਲਾਗੇ ਇੱਕ ਪਿੰਡ ਹੈਗਾ, ਉੱਥੇ ਹਰਪ੍ਰੀਤ ਦਿਓਲ ਨਾਂ ਦੇ ਇੱਕ ਨਵੇਂ ਬਣੇ ਪਾਸਟਰ, ਨਵੇਂ ਤੇ ਨਹੀਂ ਕਵਾਂਗੇ, 4-5 ਸਾਲ ਤੇ ਹੋ ਹੀ ਗਏ, ਉਹਨਾਂ ਦੇ ਉੱਤੇ ਵੀ ਰੇਡ ਪਈ। ਚਰਚ ਬੜਾ ਸ਼ਾਨਦਾਰ ਉੱਥੇ ਬਣਾ ਰਹੇ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਐਸਜੀਪੀਸੀ ਨੇ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਸੀਗਾ, ਕਿਸ ਤਰੀਕੇ ਨਾਲ ਲਾਲਚ ਦੇ ਕੇ ਲੋਕਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। ਇਸ ਇਨਕਮ ਟੈਕਸ ਰੇਡ ਨੂੰ ਉਸ ਧਰਮ ਪਰਿਵਰਤਨ ਨਾਲ ਜੋੜ ਕੇ ਦੇਖਿਆ ਜਾਏ ਤੇ ਇਹ ਰੇਡ ਹੋਰ ਵੀ ਵੱਡੀ ਹੁੰਦੀ ਹੈ। ਕੁਝ ਲੋਕ ਤੇ ਇਹ ਵੀ ਕਹਿ ਰਹੇ ਨੇ ਈਡੀ ਵਾਲੇ ਵੀ ਉੱਥੇ ਪਹੁੰਚ ਗਏ ਸੀਗੇ, ਕਿਉਂਕਿ ਪੈਸਾ ਉਹ ਦਾਨ ਪੇਟੀਆਂ ਦੇ ਵਿੱਚ ਇੰਨਾ ਕੁ ਸੀਗਾ। ਔਰ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਬਜਿੰਦਰ ਸਿੰਘ ਹੋਣ, ਭਾਵੇਂ ਇਹ ਹਰਪ੍ਰੀਤ ਦਿਓਲ ਹੋਣ, ਇਹਨਾਂ ਦੀ ਜਿਹੜੀ ਇਨਕਮ ਹੈ ਉਹ ਘੱਟ ਤੋਂ ਘੱਟ 100-200 ਗੁਣਾ ਵੱਧ ਗਈ ਸੀ। ਨਜ਼ਰ ਪੈ ਗਈ ਹੈ ਕੀ ਨਿਕਲ ਕੇ ਆਂਦਾ ਹੈ, ਕੀ ਇਹਦੇ ਰਾਹੀਂ ਉਸ ਕਨਵਰਸ਼ਨ ਨੂੰ ਵੀ ਰੋਕਿਆ ਜਾ ਸਕਦਾ ਹੈ। ਇਹ ਸਾਰੇ ਸਵਾਲ ਇਸ ਰੇਡ ਤੋਂ ਬਾਅਦ ਹੁਣ ਖੜੇ ਹੋ ਗਏ। ਸਵਾਲ ਹੀ ਖੜੇ ਰਹਿ ਜਾਂਦੇ ਆ, ਹੋਰ ਕੁਝ ਹੁੰਦਾ ਨਹੀਂ, ਹਰ ਚੀਜ਼ ਸੈਟਲ ਹੋ ਜਾਂਦੀ ਹੈ। ਪਰ ਧਰਮ ਤੋਂ ਧਰਮ ਤੱਕ ਦਾ ਸਫ਼ਰ, ਇਹ ਰੂਹਾਨੀਅਤ ਦਾ ਸਫ਼ਰ ਹੈ, ਇਹ ਬਿਜ਼ਨਸ ਦਾ ਸਫ਼ਰ ਕਿਵੇਂ ਬਣ ਜਾਂਦਾ, ਇਹਦੇ 'ਚ ਪੈਸੇ ਧੇਲੇ ਕੀ ਕਰਦੇ ਆ। ਵੱਡੇ ਧਾਰਮਿਕ ਸਥਾਨ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਉਹਨਾਂ ਦੇ ਨਾਲ ਜੁੜਦੇ ਪੈਸੇ ਦੀਆਂ ਕਹਾਣੀਆਂ ਨੇ। ਕੱਲ ਬਾਪੂ ਆਸਾ ਰਾਮ ਨੂੰ ਮਿਲੀ ਸਜ਼ਾ, ਤੇ ਇਸੇ ਤਰ੍ਹਾਂ ਦੇ ਰਾਮ ਰਹੀਮ ਦੇ ਰੌਲਿਆਂ ਤੋਂ ਲੈ ਕੇ ਗੱਲ ਰੇਡਸ ਤੱਕ ਜਦੋਂ ਜਾਂਦੀ ਆ, ਤੇ ਫਿਰ ਜਿਹੜੇ ਕਿਰਦਾਰ ਬਹੁਤ ਉੱਚੇ ਹੋਣੇ ਹੁੰਦੇ ਆ, ਉਹਨਾਂ ਦੇ ਬੌਣੇਪਣ ਵੀ ਕਈ ਵਾਰੀ ਨਜ਼ਰ ਆਉਂਦੇ। ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰਦੇ, ਕਿਸੇ ਤੇ ਦੋਸ਼ ਨਹੀਂ ਲਾ ਰਹੇ, ਪਰ ਹੁਣ ਤੱਕ ਦਾ ਸਿਲਸਿਲਾ ਇਹ ਦਰਸਾਉਂਦਾ ਹੈ ਕਿ ਮਨੁੱਖ ਦੇ ਡਰਾਂ ਚੋਂ ਅਸੀਂ ਕਿੰਨਾ ਕੁਝ ਕੱਢ ਲੈਂਦੇ ਆ। ਮੈਨੂੰ ਸ਼ੱਕ ਪੈਂਦਾ ਕਿਤੇ ਭਾਸਕਰ ਸਾਹਿਬ ਵੀ ਇਸੇ ਰਾਹ ਨਾ ਤੁਰ ਪੈਣ, ਸਾਨੂੰ ਪੈਨਲਿਸਟ ਦੀ ਇੱਕ ਹੋਰ ਉਡੀਕ ਕਰਨੀ ਪੈ ਜੂ। ਬਹੁਤ ਮਿਹਰਬਾਨੀ। ਧੰਨਵਾਦ। ਥੈਂਕ ਯੂ।